ਸਾਹਿਬ ਜੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਛਿਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਰਵਿਦਾਸ ਟਵੰਤਾ ਟੂਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤ ਖਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਏ ਬਿਦ ਸੁਨ ਕੇ ਜਟ ਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆ ਧੰਨਾ ਵਡ ਭਾਗਾ। ਸੁਖੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹਲਾ ਪੰਜਵਾ ਘਰ ਪਹਿਲਾ ਦੋ ਤੁਕੀਆਂ। ਜਿਹ ਅਨੁਗ੍ਰਹ ਠਾਕਰ ਕੀਓ ਆਪ ਸੇ ਤੈ ਲੀਨੈ ਭਗਤ ਰਾਖ। ਤਿਨਕਾ ਗੁਣ ਅਵਗਣ ਨਾ ਵਿਚਾਰਿਓ ਕੋਇ। ਇਹ ਬਿਦ ਦੇਖ ਮਨ ਲੱਗਾ ਸੇਵ। ਜਿਹ ਅਨੁਗ੍ਰਹ ਠਾਕਰ ਕੀਓ ਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਪਤਿਤ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਰਸ਼ਨਾਂ ਦੀ ਦਾਤ ਬਖਸ਼ੀ ਹੈ।
ਗੁਰਬਾਣੀ ਦਾ ਬਚਨ ਪੜਿਆ ਦਰਸ਼ਨ ਦੇਖ ਜੀਵਾ ਗੁਰ ਤੇਰਾ। ਇਤਿਹਾਸ ਦੇ ਅੰਦਰ ਬਚਨ ਆਉਂਦਾ ਵੀ ਐਸੇ ਭਾਵਨਾ ਵਾਲੇ ਸਿੱਖ ਵੀ ਹੋਏ ਜਿਨ੍ਹਾਂ ਨੇ ਜੀਵਨ ਦੇ ਵਿੱਚ ਇਹ ਪ੍ਰਣ ਕੀਤਾ ਸੀ ਵੀ ਸਭ ਤੋਂ ਪਹਿਲਾਂ ਗੁਰੂ ਦਾ ਦਰਸ਼ਨ ਕਰਨਾ ਹੈ, ਉਸ ਤੋਂ ਬਾਅਦ ਵਿੱਚ ਅੰਨ ਦਾ ਦਾਣਾ ਆਪਣੇ ਮੂੰਹ ਦੇ ਵਿੱਚ ਪਾਉਣਾ। ਇਹ ਉਹਨਾਂ ਦਾ ਪ੍ਰੇਮ ਹੈ। ਐਸਾ ਪ੍ਰੇਮ ਭਾਈ ਮਤੀ ਦਾਸ ਜੀ ਜਦੋਂ ਜਲਾਦ ਨੇ ਪੁੱਛਿਆ ਨਾ ਵੀ ਤੈਨੂੰ ਆਰੇ ਨਾਲ ਚੀਰਨ ਲੱਗਿਆ ਤੇ ਮਤੀ ਦਾਸ ਆਪਣੀ ਇੱਛਾ ਦੱਸ ਕੀ ਹੈ, ਤੇ ਭਾਈ ਮਤੀ ਦਾਸ ਜੀ ਨੇ ਆਖਿਆ ਸੀ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ, ਮੈਂ ਸੰਸਾਰ ਛੱਡਣ ਵੇਲੇ ਵੀ ਆਪਣੇ ਗੁਰੂ ਦਾ ਦਰਸ਼ਨ ਹੀ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਦਰਸ਼ਨ ਦੇਖ ਜੀਵਾ। ਇਸ ਤਰ੍ਹਾਂ ਦੇ ਹੋਏ ਨੇ ਗੁਰਮੁਖ ਜਨ ਜਿਨ੍ਹਾਂ ਦਾ ਅੰਮ੍ਰਿਤ ਵੇਲਾ ਗੁਰੂ ਦੇ ਦਰਸ਼ਨਾਂ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਦਾ ਸਵੇਰ ਦਾ ਭੋਜਨ ਗੁਰੂ ਦਾ ਦਰਸ਼ਨ ਕਰਕੇ ਫਿਰ ਸ਼ੁਰੂ ਹੁੰਦਾ ਹੈ। ਐਸੇ ਵੀ ਦੁਨੀਆ ਵਿੱਚ ਹੋਏ ਜਿਨ੍ਹਾਂ ਨੇ ਆਖਿਆ ਦੁਨੀਆ ਤੋਂ ਚੱਲੇ ਆ ਸ਼ਹਾਦਤ ਪ੍ਰਾਪਤ ਕਰਨ ਲੱਗੇ, ਪਰ ਸ਼ਹੀਦੀ ਪਾਉਂਦਿਆਂ ਵੀ ਸਤਿਗੁਰੂ ਤੁਹਾਡਾ ਹੀ ਦੀਦਾਰਾ ਹੋਵੇ। ਇਸ ਤਰ੍ਹਾਂ ਦੇ ਗੁਰਮੁਖ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੇ ਸਾਜੇ ਨਵਾਜੇ ਗੁਰਮੁਖੋ ਵੱਡੇ ਭਾਗ ਬਣੇ ਜੋ ਗੁਰੂ ਦੀ ਸੰਗਤ ਵਿੱਚ ਆ ਕੇ ਬੈਠ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਔਰ ਸਭ ਤੋਂ ਵੱਡੀ ਦਾਤ ਗੁਰੂ ਦਾ ਦਰਸ਼ਨ ਕਰਕੇ ਸਫਲੇ ਹੋਏ ਹਾਂ। ਇਹ ਮਹਾਰਾਜ ਨੇ ਸਾਡੇ ਝੋਲੀ ਵਿੱਚ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ੀਆਂ। ਇਸ ਵੇਲੇ ਸਤਿਗੁਰੂ ਜੀ ਆਪਣੇ ਭਗਤਾਂ ਦੀ ਮਹਿਮਾ ਕਰਦੇ ਪਏ। ਇਸ ਸ਼ਬਦ ਦੇ ਅੰਦਰ ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਹੇ ਅਨੁਗ੍ਰਹੋ ਠਾਕੁਰ ਕੀਓ ਆਪ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਉਚਾਰਨ ਵਾਲੇ ਨੇ। ਪਿਛਲੇ 5 ਦਿਨਾਂ ਤੋਂ ਆਪਾਂ ਇਹ ਸ਼ਬਦ ਸਰਵਣ ਕਰਦੇ ਆ ਰਹੇ ਹਾਂ। ਇੱਕ 2 ਪੰਕਤੀਆਂ ਰੋਜ਼ ਆਪਾਂ ਸਰਵਣ ਕੀਤੀਆਂ, ਕਿਉਂਕਿ ਇਸ ਦੇ ਵਿੱਚ ਮਹਾਰਾਜ ਦੇ ਭਗਤਾਂ ਦੀ ਮਹਿਮਾ, ਰੱਬ ਦੇ ਨਾਮ ਜਪਣ ਵਾਲਿਆਂ ਦੀ ਮਹਿਮਾ ਆਖੀ ਹੈ। ਪਾਤਸ਼ਾਹ ਕਹਿੰਦੇ ਸੁਣ ਸਾਖੀ ਮਨ ਜਪ ਪਿਆਰ। ਇਹ ਜਿਹੜੀਆਂ ਸਾਖੀਆਂ ਸਰਵਣ ਕਰਵਾਈਆਂ ਨਾ, ਗੁਰੂ ਕਿਆ ਸਿੱਖਾ ਸੁਣ, ਤੇਰੇ ਮਨ ਵਿੱਚ ਪਿਆਰ ਪੈਦਾ ਹੋਵੇ, ਉਤਸ਼ਾਹ ਪੈਦਾ ਹੋਵੇ, ਤੇਰੇ ਮਨ ਵਿੱਚ ਇਹ ਲਗਨ ਲੱਗੇ ਕਿ ਮੈਂ ਵੀ ਇਸ ਤਰ੍ਹਾਂ ਦਾ ਹੀ ਆਪਣੇ ਜੀਵਨ ਨੂੰ ਬਣਾਉਣਾ। ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਉਹ ਕੈਸੀਆਂ ਸਾਖੀ। ਗੁਰਮੁਖੋ ਸਾਖੀ ਨਾਲ ਨਾਮ ਗਵਾਹੀ ਦਾ, ਜਿਵੇਂ ਗਵਾਹੀ ਦਿੱਤੀ ਜਾਵੇ ਤੇ ਫਿਰ ਜਾ ਕੇ ਇਹ ਚੋਰ ਹੈ ਕਿ ਸਾਧ ਹੈ ਸਿੱਧ ਹੁੰਦਾ ਹੈ। ਐਸੇ ਤਰ੍ਹਾਂ ਇਹ ਸਾਖੀ ਸਿੱਧ ਕਰਦੀ ਹੈ ਵੀ ਭਗਤਾਂ ਦੇ ਜੀਵਨ ਕਿਸ ਤਰ੍ਹਾਂ ਦੇ ਸਨ, ਉਹ ਕੈਸੇ ਬ੍ਰਹਮ ਗਿਆਨੀ ਸਨ, ਕਿਸ ਤਰ੍ਹਾਂ ਦੇ ਉਹਨਾਂ ਨੇ ਕੌਤਕ ਕੀਤੇ। ਪਾਤਸ਼ਾਹ ਕਹਿੰਦੇ ਇਹ ਸਾਖੀਆਂ ਕਹੀਏ ਗਵਾਹੀਆਂ ਦਿੰਦੇ ਪਏ ਤੁਹਾਨੂੰ ਭਗਤਾਂ ਸੰਤਾਂ ਦੇ ਜਨਮ ਦੇ ਵਿੱਚੋਂ ਵੀ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕੀਤਾ ਹੈ। ਜਿਹੇ ਅਨੁਗ੍ਰਹੋ ਠਾਕੁਰ ਕੀਓ ਆਪ। ਸਤਿਗੁਰੂ ਪਾਤਸ਼ਾਹ ਕਹਿੰਦੇ ਅਨੁਗ੍ਰਹ ਗੁਰਮੁਖੋ ਨਾਮ ਕਿਰਪਾ ਦਾ ਹੈ। ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਕਿਰਪਾ ਕਰੇ ਨਾ, ਪਰਮੇਸ਼ਰ ਮਿਹਰ ਕਰੇ। ਬਚਨ ਤੇ ਆਪਾਂ ਪੜ੍ਹਦੇ ਹਾਂ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ, ਜਿਨ੍ਹਾਂ ਦੇ ਵੱਲ ਹੋ ਜਾਵੇ ਸੰਸਾਰ ਦੀ ਮੁਸ਼ੰਦਗੀ ਨਹੀਂ ਰਹਿ ਜਾਂਦੀ ਹੈ। ਪਰ ਬਚਨ ਇਹ ਹੈ ਕਿ ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰੇ, ਕਿਰਪਾ ਤੋਂ ਬਿਨਾਂ ਨਹੀਂ ਕੋਈ ਪ੍ਰਾਪਤੀ ਹੈ। ਗੁਰਬਾਣੀ ਦਾ ਬਚਨ ਮੰਗਦ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਮੰਗੀਏ ਦਿੰਦਾ ਹੱਲਾ ਖੁਸ਼ੀਆਂ ਪਾਤਸ਼ਾਹੀਆਂ। ਜੇ ਤੋਂ ਭਾਵ ਹੈ ਵੀ ਜੇ ਅਸੀਂ ਉਹਦੀ ਕਿਰਪਾ ਲੈਣ ਦੇ ਯੋਗ ਬਣ ਜਾਈਏ ਵੀ ਹਾਂ ਇਹਦੇ ਤੇ ਕਿਰਪਾ ਹੋਣੀ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਉੱਪਰ ਅਨੁਗ੍ਰਹ ਕਹੀਏ ਪ੍ਰਮਾਤਮਾ ਕਿਰਪਾ ਕਰਦਾ ਹੈ। ਜੇ ਅਨੁਗ੍ਰਹੋ ਠਾਕੁਰ ਕੀਓ ਆਪ। ਠਾਕੁਰ ਕਹੀਏ ਜੋ ਮਾਲਕ ਹੈ, ਜੋ ਪਰਮੇਸ਼ਰ ਹੈ, ਜਿਹਨੇ ਦੁਨੀਆ ਬਣਾਈ ਹੈ, ਜਿਹਦੇ ਉੱਪਰ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰੇ,
ਆਪ ਜਿਨ੍ਹਾਂ ਦੇ ਉੱਪਰ ਮਿਹਰ ਕਰਦਾ ਹੈ ਜਾਂ ਜਿਨ੍ਹਾਂ ਦੇ ਸਿਰ ਦੇ ਉੱਪਰ ਮਿਹਰ ਦਾ ਹੱਥ ਰੱਖਦਾ ਹੈ। ਸੇ ਤੈ ਲੀਨੇ ਭਗਤ ਰਾਖ, ਉਹ ਜਿਹੜੇ ਭਗਤ ਨੇ ਮਹਾਰਾਜ ਉਹ ਆਪ ਦੀ ਨੇ ਰੱਖ ਲੈ ਕਿਰਪਾ ਕਰਕੇ। ਹੁਣ ਗੁਰਮੁਖੋ ਪਿੱਛੇ ਆਪਾਂ ਭਗਤ ਬੇਣੀ ਜੀਆਂ ਦਾ ਇਤਿਹਾਸ ਸਰਵਣ ਕੀਤਾ। 3 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਜੀ ਨੇ ਦਰਜ ਕਰਵਾਏ। ਸ਼੍ਰੀ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਇੱਕ ਸ਼ਬਦ ਭਗਤ ਜੀਆਂ ਦਾ ਰਾਮਕਲੀ ਰਾਗ ਵਿੱਚ ਹੈ, ਇੱਕ ਸ਼ਬਦ ਭਗਤ ਬੇਣੀ ਜੀਆਂ ਦਾ ਪ੍ਰਭਾਤੀ ਰਾਗ ਦੇ ਵਿੱਚ ਹੈ। ਇਸ ਤਰ੍ਹਾਂ ਦੇ ਗੁਰਮੁਖ ਭਗਤ 3 ਸ਼ਬਦ ਨਾਮ ਇਸੇ ਤਰ੍ਹਾਂ ਇਹ ਭਗਤ ਬੇਣੀ ਜੀਆਂ ਦੇ ਹੋਏ। ਇਹਦੇ ਵਿੱਚ ਉਪਮਾ ਆਪਾਂ ਸਰਵਣ ਕੀਤੀ ਹੈ ਕਿ ਭਗਤ ਜੈਦੇਵ ਜੀਆਂ ਦੀ ਬੜੀ ਵੱਡੀ ਵਡਿਆਈ ਹੈ। ਇਹਦੇ ਵਿੱਚ ਸ਼ਬਦ ਸਰਵਣ ਕੀਤਾ ਭਗਤ ਤਲੋਚਨ ਜੀਆਂ ਦੀ ਬੜੀ ਵੱਡੀ ਵਡਿਆਈ ਹੈ। ਇਹਦੇ ਵਿੱਚ ਬਚਨ ਸਰਵਣ ਕੀਤਾ ਹੈ ਕਿ ਭਗਤ ਸੈਣ ਜੀ। ਗੁਰਮੁਖੋ ਇਹ ਸਾਰੇ ਭਗਤਾਂ ਸੰਤਾਂ ਦੇ ਨਾਮ ਨੇ। ਇਹਨਾਂ ਦੇ ਸਿਰ ਦੇ ਉੱਪਰ ਮਹਾਰਾਜ ਆਪ ਨੇ ਮਿਹਰ ਦਾ ਹੱਥ ਰੱਖਿਆ ਹੈ। ਇਨਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ, ਜਿਨ੍ਹਾਂ ਦੇ ਉੱਪਰ ਕਿਰਪਾ ਕਰਦਾ ਹੈ ਉਹਨਾਂ ਦੇ ਫਿਰ ਔਗਣ ਨਹੀਂ ਵੇਖਦਾ, ਔਗਣ ਝਾਟੀ ਮਾਫ ਕਰ ਦਿੰਦਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਇਹ ਹੈ ਵੀ ਲੇਖਾ ਕਥਾ ਹੈ ਨਾ ਛੂਟੀ ਹੈ। ਜੇ ਆਪਾਂ ਲੇਖਾ ਕਰਾਉਣ ਵਿੱਚ ਬੈਠ ਜਾਈਏ ਨਾ, ਮੁਨਸ਼ੀ ਕੋਲ ਬੈਠ ਜਾਈਦਾ ਵੀ ਲਿਆ ਭਾਈ ਸਾਡਾ ਹਿਸਾਬ ਕਿਤਾਬ ਕਰ, ਮਨੀਮ ਕੋਲ ਬੈਠੀਦਾ ਤੇ ਹਿਸਾਬ ਕਿਤਾਬ ਤੋਂ ਛੁੱਟਿਆ ਨਹੀਂ ਜਾਏਗਾ। ਕਿਉਂਕਿ ਖਿਨ ਖਿਨ ਭੁੱਲਣ ਹਾਰ ਆਪਾਂ ਹਰੇ ਖਿਨ ਵਿੱਚ ਭੁੱਲਦੇ ਪਏ। ਇਸ ਕਰਕੇ ਬੇਨਤੀ ਹੈ ਵੀ ਮਹਾਰਾਜ ਸਾਡੇ ਔਗੁਣਾਂ ਦੀ ਵਿਚਾਰ ਕਰੋ ਹੀ ਨਾ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ। ਸਮੁੰਦਰ ਦੇ ਪਾਣੀ ਨੂੰ ਕੋਈ ਮਾਪ ਨਹੀਂ ਸਕਦਾ। ਪਾਤਸ਼ਾਹ ਸਾਡੇ ਔਗੁਣਾਂ ਨੂੰ ਵੀ ਕੋਈ ਗਿਣ ਨਹੀਂ ਸਕਦਾ ਹੈ। ਤੇ ਪਾਤਸ਼ਾਹ ਜੀ ਇਹ ਬਚਨ ਹੈ, ਸਾਡੀ ਬੇਨਤੀ ਹੈ ਵੀ ਸਾਡੇ ਵਿੱਚ ਔਗਣ ਤੇ ਬਹੁਤ ਨੇ, ਪਰ ਜਦੋਂ ਤੁਸੀਂ ਕਿਰਪਾ ਕਰਦੇ ਨਾ ਫਿਰ ਕਿਸੇ ਦੇ ਔਗਣ ਨਹੀਂ ਚਿਤਾਰਦੇ ਵੀ ਇਹਨੇ ਕੀ ਕੀਤਾ ਹੈ। ਮਹਾਰਾਜ ਕਹਿਣ ਲੱਗੇ ਔਗਣਾਂ ਨੂੰ ਨਹੀਂ ਵੇਖਦਾ ਤੇ ਪਾਤਸ਼ਾਹ ਸਾਡੇ ਵਿੱਚ ਗੁਣ ਤੇ ਕੋਈ ਬਹੁਤਾ ਹੈ ਹੀ ਨਹੀਂ। ਇਹ ਤੇ ਤੁਹਾਡਾ ਪਰਉਪਕਾਰ ਹੀ ਹੈ, ਇਹ ਤੇ ਤੁਹਾਡੀ ਬਖਸ਼ਿਸ਼ ਹੀ ਹੈ ਵੀ ਤੁਸੀਂ ਸਾਡੇ ਉੱਪਰ ਰਹਿਮਤ ਕਰੋ। ਤਿਨਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ, ਔਗੁਣਾਂ ਦੀ ਵਿਚਾਰ ਨਹੀਂ ਕਰਦਾ ਅਤੇ ਇਸੇ ਤਰ੍ਹਾਂ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਐਸਾ ਉਹ ਵੱਡਾ ਪ੍ਰਮਾਤਮਾ ਹੈ। ਇਹ ਵਿਦੇਖ ਮਨ ਲੱਗਾ ਸੇਵ, ਇਸ ਤਰ੍ਹਾਂ ਵੇਖ ਕੇ ਨਾ ਵੀ ਉਹ ਭਗਤਾਂ ਦਾ ਵਛਲ ਹੈ, ਭਗਤਾਂ ਦਾ ਪਿਆਰਾ ਹੈ ਤੇ ਮੇਰਾ ਮਨ ਵੀ ਸੇਵਾ ਵਿੱਚ ਲੱਗ ਗਿਆ। ਗੁਰਮੁਖੋ ਇਤਿਹਾਸ ਵਿੱਚ ਕਿੰਨੇ ਬਚਨ ਆਉਂਦੇ ਜੋ ਭਗਤਾਂ ਦੀ ਮਹਿਮਾ। ਭਗਤ ਤਲੋਚਨ ਜੀ ਦਾ ਇਤਿਹਾਸ ਸਰਵਣ ਕੀਤਾ ਨਾ, 13 ਮਹੀਨੇ ਰੱਬ ਖੁਦ ਨੌਕਰ ਬਣ ਕੇ ਘਰ ਵਿੱਚ ਬੈਠਾ ਰਿਹਾ। ਇੰਨੀ ਵੱਡੀ ਮਹਿਮਾ ਹੈ ਭਗਤਾਂ ਦੀ। ਘਰ ਦਾ ਪ੍ਰਸ਼ਾਦਾ ਬਣਾਉਣਾ, ਆਏ ਗਏ ਸਾਧੂਆਂ ਦੀ ਸੇਵਾ ਕਰਨੀ। ਸੈਨਾਈ ਦਾ ਇਤਿਹਾਸ ਸਰਵਣ ਕੀਤਾ, ਆਪ ਤੇ ਬੈਠੇ ਹੋਏ ਸੰਗਤ ਵਿੱਚ ਜਾ ਕੇ ਤੇ ਪ੍ਰਮਾਤਮਾ ਨੂੰ ਸੈਨ ਭਗਤ ਦਾ ਰੂਪ ਬਣਾ ਕੇ ਰਾਜੇ ਦੀਆਂ ਲੱਤਾਂ ਘੁੱਟਣੀਆਂ ਪਈਆਂ। ਵੇਖੋ ਜਿਹੜਾ ਦੁਨੀਆ ਬਣਾਉਣ ਵਾਲਾ ਹੈ ਆਪਣੇ ਭਗਤ ਦੇ ਪਿਆਰ ਦੇ ਵਿੱਚ ਭਿੱਜ ਕੇ ਰਾਜੇ ਦੀਆਂ ਲੱਤਾਂ ਘੁੱਟਦਾ ਪਿਆ, ਮੁੱਠੀ ਚਾਪੀ ਕਰਨੀ, ਮਾਲਿਸ਼ ਕਰਨੀ। ਇਹ ਮਹਾਰਾਜ ਤੁਸੀਂ ਭਗਤਾਂ ਦੇ ਵੱਸ ਹੀ ਹੋ ਵੀ ਉਹਨਾਂ ਦੇ ਕੀਤੇ ਕੰਮ ਆਪ ਹੀ ਕਰੀ ਜਾਂਦੇ, ਕਦੇ ਵਿਚਾਰਦੇ ਹੀ ਨਹੀਂ। ਮੁੱਠੀ ਚਾਪੀ ਕਰਨਾ ਤੇ ਨੀਵਾਂ ਜੇ ਕੰਮ ਸਮਝਿਆ ਜਾਂਦਾ ਨਾ। ਗੋਲਾ ਹੀ ਵੀ ਤੇ ਗੋਲਾ ਹੈ ਨੌਕਰਾਂ ਦਾ ਕੰਮ ਹੈ, ਦਾਸਾਂ ਦਾ, ਨੀਵਿਆਂ ਬੰਦਿਆਂ ਦਾ, ਪਰ ਤੁਸੀਂ ਨਹੀਂ ਵਿਚਾਰਿਆ ਵੀ ਮੈਂ ਨੀਵਾਂ ਹੋ ਜਾਵਾਂਗਾ। ਭਗਤ ਦੀ ਥਾਂ ਤੇ ਆਪ ਸੇਵਾ ਕਰਦੇ ਪਏ। ਭਗਤ ਧੰਨਾ ਜੀ ਨੇ ਪ੍ਰਸ਼ਾਦਾ ਛਕਾ ਦਿੱਤਾ। ਕਹਿੰਦੇ 10 ਧੰਨਿਆ ਕੀ ਕੰਮ ਕਰੀਏ? ਕਹਿੰਦਾ ਜੀ ਮੇਰੀਆਂ ਗਾਵਾਂ ਚਾਰ ਕੇ ਲੈ ਕੇ ਆਓ। ਹੈ ਤੇ ਕੰਮ ਨੌਕਰਾਂ ਦਾ ਹੀ ਹੈ ਨਾ, ਗਾਵਾਂ ਚਾਰਨੀਆਂ, ਖੂਹ ਦੇ ਕਿਆਰੇ ਮੋੜਨੇ, ਖੂਹ ਚਲਾਉਣੇ, ਪਰ ਉਹ ਸਭ ਕੁਝ ਕਰਦੇ ਪਏ। ਪਾਤਸ਼ਾਹ ਕਹਿਣ ਲੱਗੇ ਇਹ ਬਿਦ ਦੇਖ ਮਨ ਲਾਗਾ ਸੇਵ। ਜਦੋਂ ਇਹ ਵੇਖਿਆ ਨਾ ਵੀ ਨਾਮਦੇਵ ਜੀ ਦੀ ਸੇਵਾ ਹੁੰਦੀ ਪਈ, ਮੰਦਰ ਫਿਰਦਾ ਪਿਆ ਤੇ ਪ੍ਰਮਾਤਮਾ ਦਾ ਮੋਢਾ ਛਲਿਆ ਗਿਆ ਮੰਦਰ ਫੇਰਦਿਆਂ ਫੇਰਦਿਆਂ। ਇਹ ਵੇਖਿਆ ਵੀ ਸੈਣ ਭਗਤ ਦੀ ਥਾਂ ਤੇ ਰਾਜੇ ਦੀ ਮਾਲਿਸ਼ ਕਰਦਾ ਪਿਆ ਪ੍ਰਮਾਤਮਾ। ਇਹ ਵੇਖਿਆ ਵੀ ਧੰਨੇ ਦੀਆਂ ਗਊਆਂ ਚਾਰਦਾ ਪਿਆ। ਜਦੋਂ ਮੈਂ ਇਹ ਵੇਖਿਆ ਵੀ ਉਹ ਤਰਲੋਚਨ ਭਗਤ ਦੀ 13 ਮਹੀਨੇ ਸੇਵਾ ਕਰ ਸਕਦਾ ਹੈ, ਮੇਰੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੋਇਆ ਕਿ ਪ੍ਰਮਾਤਮਾ ਜੇ ਤੂੰ ਇਹਨਾਂ ਭਗਤਾਂ ਨੂੰ ਇੰਨਾ ਮਾਣ ਦੇ ਸਕਦਾ ਤੇ ਮੈਂ ਵੀ ਜੇ ਤੇਰਾ ਇੱਕ ਨਿਮਾਣਾ ਜਿਹਾ ਸੇਵਕ ਹਾਂ। ਇਸ ਤਰ੍ਹਾਂ ਵੇਖ ਕੇ ਮੇਰਾ ਮਨ ਵੀ ਲੱਗ ਪਿਆ ਸੇਵਾ ਦੇ ਵਿੱਚ ਕਿ ਮੈਂ ਵੀ ਸੇਵਾ ਕਰਾਂ। ਹੋ ਸਕਦਾ ਉਹ ਮੇਰੇ ਤੇ ਵੀ ਕਿਰਪਾ ਕਰ ਦੇਵੇ, ਮੇਰੇ ਤੇ ਵੀ ਬਖਸ਼ਿਸ਼ ਕਰ ਦੇਵੇ। ਇਸ ਤਰ੍ਹਾਂ ਇਹਨਾਂ ਗੁਰਮੁਖ ਭਗਤਾਂ ਦਾ ਜੀਵਨ ਵੇਖ ਕੇ ਮੇਰਾ ਮਨ ਵੀ ਇਸੇ ਤਰ੍ਹਾਂ ਸੇਵਾ ਵਿੱਚ ਲੱਗਿਆ ਹੈ। ਕਬੀਰ ਧਿਆਇਓ ਏਕ
ਰੰਗ। ਹੁਣ ਭਗਤ ਕਬੀਰ ਸਾਹਿਬ ਜੀ ਦਾ ਨਾਮ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਗਤ ਕਬੀਰ ਜੀ ਨੇ ਵੀ ਆਪ ਦੇ ਨਾਮ ਨੂੰ ਜਪਿਆ ਹੈ। ਐਡੀ ਵੱਡੀ ਮਹਿਮਾ ਦੇ ਆਪ ਮਾਲਕ ਹੋ ਮਹਾਰਾਜ, ਆਪ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਹੈ, ਐਸੇ ਆਪ ਸਮਰੱਥ ਹੋ। ਕਬੀਰ ਸਾਹਿਬ ਜੀ ਨੇ ਇੱਕ ਰੰਗ ਕਹੀਏ ਪ੍ਰੇਮ ਦੇ ਵਿੱਚ ਤੁਹਾਡੇ ਨਾਮ ਨੂੰ ਜਪਿਆ, ਪ੍ਰੇਮ ਭਾਵਨਾ ਦੇ ਨਾਲ। ਸੋ ਗੁਰਮੁਖੋ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਵੀ ਭਗਤ ਕਬੀਰ ਸਾਹਿਬ ਜੀ ਨਾ ਨਾਮ ਲੈਣ ਵਾਸਤੇ, ਨਾਮ ਦਾ ਕਿਣਕਾ ਲੈਣ ਵਾਸਤੇ ਰਸਤੇ ਵਿੱਚ ਲੰਮੇ ਪੈ ਗਏ ਸਨ ਵੀ ਇੱਥੋਂ ਗੁਰੂ ਰਾਮਾਨੰਦ ਜੀ ਜਾਣਗੇ ਤੇ ਉਹ ਮੈਨੂੰ ਉਪਦੇਸ਼ ਦੇ ਦੇਣਗੇ ਤਾਂ ਕਿ ਮੇਰਾ ਭਲਾ ਹੋ ਜਾਵੇ। ਰਸਤੇ ਵਿੱਚ ਲੰਮੇ ਪਏ, ਜਿਸ ਵੇਲੇ ਗੁਰੂ ਰਾਮਾਨੰਦ ਜੀ ਲੰਘੇ ਤੇ ਉਸ ਵੇਲੇ ਪੈਰ ਦਾ ਠੁੱਡਾ ਵੱਜ ਗਿਆ ਕਬੀਰ ਸਾਹਿਬ ਦੀਆਂ, ਤੇ ਉਹਨਾਂ ਦੇ ਮੁਖੋਂ ਬਚਨ ਹੋ ਗਿਆ, ਕਹਿਣ ਲੱਗੇ ਭਾਈ ਰਾਮ ਦੇ ਬੰਦਿਆ, ਰਾਮ ਦਾ ਨਾਮ ਜਪ ਤੇਰਾ ਭਲਾ ਹੋਵੇ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਹੋਏ ਬਰਕਤ ਬਨਾਰਸੀ ਰਹਿੰਦਾ ਪਰਮਾਨੰਦ ਗੁਸਾਈ। ਗੁਸਾਈ ਕਹੀਏ ਮਾਲਕ, ਇਹ ਰਾਮਾਨੰਦ ਜੀ ਬਨਾਰਸ ਵਿੱਚ ਰਹਿੰਦੇ, ਸੋ ਕਹਿਣ ਲੱਗੇ ਬਰਕਤੀ ਰਹਿੰਦੇ, ਬੜੇ ਧਰਮਾਤਮਾ ਵੱਡੇ ਗੁਰਮੁਖੋ ਕਬੀਰ ਸਾਹਿਬ ਇਹਨਾਂ ਦੇ ਸੇਵਕ ਸਨ। ਭਗਤ ਸੈਣ ਜੀ ਵੀ ਇਹਨਾਂ ਦੀ ਸੇਵਕ ਸਨ, ਸਾਰਿਆਂ ਨੇ ਇਹਨਾਂ ਦੇ ਕੋਲੋਂ ਹੀ ਨਾਮ ਦੀ ਪ੍ਰਾਪਤੀ ਕੀਤੀ ਹੈ। ਐਡੇ ਵੱਡੇ ਬ੍ਰਹਮ ਦੀ ਦਾਤ ਪਾਉਣ ਵਾਲੇ, ਔਰ ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ, ਜਿਨ੍ਹਾਂ ਨੂੰ ਰਾਮਾਨੰਦ ਆਖਿਆ ਜਾਂਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਭਾਈ ਗੁਰਦਾਸ ਜੀ ਕਹਿੰਦੇ ਕਿ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਤੇ ਗੰਗਾ ਦਾ ਇਸ਼ਨਾਨ ਕਰਦੇ, ਕਿਉਂਕਿ ਕਾਸ਼ੀਪੁਰੀ ਇਹ ਗੰਗਾ ਦੇ ਉੱਪਰ ਹੀ ਵਸਿਆ ਸ਼ਹਿਰ ਨਾ, ਆਪਣੇ ਘਰ ਤੋਂ ਚੱਲ ਪੈਂਦੇ, ਚਲੋ ਗੰਗਾ ਦਾ ਇਸ਼ਨਾਨ ਕਰੀਏ। ਤੇ ਉਸ ਵੇਲੇ ਜਦੋਂ ਜਾਂਦੇ ਗੰਗਾ ਦਾ ਇਸ਼ਨਾਨ ਕਰਨ ਵੇਲੇ ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਹੁਣ ਕਬੀਰ ਸਾਹਿਬ ਜੀ ਨਾਮ ਜਪਣਾ ਚਾਹੁੰਦੇ ਤੇ ਨਾਮ ਮਿਲਦਾ ਗੁਰੂ ਕੋਲੋਂ, ਜਿੰਨਾ ਚਿਰ ਗੁਰੂ ਨਾਮ ਨਾ ਦੇਵੇ ਉਹਨਾਂ ਚਿਰ ਨਾਮ ਜਪਣ ਦਾ ਫਲ ਨਹੀਂ ਮਿਲਦਾ। ਇਹ ਕਬੀਰ ਸਾਹਿਬ ਨੂੰ ਸਮਝ ਆਈ ਹੈ ਪਰ ਸਾਨੂੰ ਨਹੀਂ ਆਈ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਰਿਆਦਾ ਬਣਾਈ ਹੈ ਕਿ ਨਾਮ ਉਹਨੂੰ ਮਿਲੇਗਾ ਜਿਹੜਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਦੇ ਅੱਗੇ ਬੇਨਤੀ ਕਰੇ ਵੀ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੇਵੋ। ਉਸ ਵੇਲੇ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਆਖਦੇ, ਗੁਰੂ ਕਿਆ ਸਿੱਖਾ ਬੋਲ ਵਾਹਿਗੁਰੂ ਵਾਹਿਗੁਰੂ ਵਾਹਿ। ਇਸ ਤਰ੍ਹਾਂ ਨਾਮ ਮਿਲਦਾ ਹੈ। ਜਿਹੜਾ ਫਿਰ ਕਮਾਈ ਕਰਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਅੱਜ ਅਸੀਂ ਇਹ ਗੱਲ ਕਹਿ ਜ਼ਰੂਰ ਦਿੰਦੇ ਹਾਂ, ਮੈਨੂੰ ਤੇ ਬਾਣੀ ਪੜ੍ਹਨੀ ਆਉਂਦੀ ਹੈ, ਮੇਰਾ ਤੇ ਮਨ ਬੜਾ ਸੁੱਧ ਹੈ, ਮੈਂ ਤੇ ਘਰੇ ਬੈਠਿਆ ਹੀ ਵਾਹਿਗੁਰੂ ਦਾ ਜਾਪ ਕਰਦਾ, ਮੈਨੂੰ ਗੁਰੂ ਬਣਾਉਣ ਦੀ ਲੋੜ ਨਹੀਂ ਹੈ। ਜੇ ਗੁਰੂ ਬਣਾਉਣ ਦੀ ਲੋੜ ਨਾ ਹੋਵੇ, ਕਬੀਰ ਸਾਹਿਬ ਨੂੰ ਰਸਤੇ ਵਿੱਚ ਲੰਮਾ ਨਾ ਪੈਣਾ ਪਵੇ। ਉਹ ਵੀ ਕਹਿੰਦੇ ਮੈਂ ਘਰੇ ਬੈਠਿਆ ਹੀ ਕਹਿ ਲਵਾਂਗਾ ਰਾਮ ਰਾਮ ਰਾਮ, ਘਰੇ ਬੈਠਿਆ ਕਰ ਲੈਂਦੇ, ਪਰ ਕਹਿੰਦੇ ਨਹੀਂ, ਪਹਿਲਾਂ ਗੁਰੂ ਬਣਾਉਣਾ ਜ਼ਰੂਰੀ ਹੈ। ਗੁਰੂ ਵਾਲਾ ਬਣਾਂਗੇ ਤਾਂ ਗੁਰੂ ਕਿਰਪਾ ਕਰੇਗਾ। ਉਸ ਵੇਲੇ ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਭਾਈ ਗੁਰਦਾਸ ਜੀ ਕਹਿੰਦੇ ਜਿੱਥੋਂ ਰਾਮਾਨੰਦ ਗੁਰੂ ਨੇ ਲੰਘਣਾ ਸੀ ਨਾ, ਉੱਥੇ ਜਾ ਕੇ ਕਬੀਰ ਦੀ ਜਾਨ ਬੁੱਝ ਕੇ ਲੰਮੇ ਪੈ ਗਏ ਕਿ ਇਹ ਮੈਨੂੰ ਕੋਈ ਮੁਖੋਂ ਬਚਨ ਕਹਿਣਗੇ ਤੇ ਮੈਂ ਉਸ ਬਚਨ ਦੀ ਕਮਾਈ ਕਰਾਂਗਾ। ਪੈਰੀ ਟੁੰਬ ਉਠਾਲਿਆ, ਜਦੋਂ ਰਾਮਾਨੰਦ ਜੀ ਲੰਘੇ ਨਾ ਤੇ ਪੈਰ ਵੱਜਾ ਰਸਤੇ ਵਿੱਚ ਲੰਮੇ ਪਏ ਹੋਏ ਬੰਦੇ ਦੇ ਉੱਪਰ, ਪੈਰ ਵੱਜਣ ਦੇ ਨਾਲ ਉਸ ਵੇਲੇ ਉਹਨਾਂ ਨੇ ਉਠਾ ਲਿਆ, ਕਹਿਣ ਲੱਗੇ ਬੋਲੋ ਰਾਮ ਸਿੱਖ ਸਮਝਾਈ। ਕਹਿੰਦੇ ਉਹ ਰਾਮ ਦੇ ਬੰਦਿਆ, ਅੰਮ੍ਰਿਤ ਵੇਲੇ ਸੁੱਤੇ ਨਹੀਂ ਰਹੀਦਾ, ਅੰਮ੍ਰਿਤ ਵੇਲੇ ਰਾਮ ਦਾ ਨਾਮ ਲਈਦਾ, ਇਹ ਸਿੱਖਿਆ ਦੇ ਦਿੱਤੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗੇ ਓਏ, ਜੀ ਵੰਦੜੋ ਮੋਏ ਓਏ, ਜੇ ਤੈਂ ਰੱਬ ਵਸਾਰਿਆ ਤੇ ਰੱਬ ਨਾ ਵਿਸਰਿਓ। ਬੰਦਿਆ ਜੇ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਇਬਾਦਤ ਵਿੱਚ ਨਹੀਂ ਨਾ ਜੁੜਿਆ ਤੇ ਸਮਝ ਲਾ ਵੀ ਤੂੰ ਜਿਉਂਦਾ ਹੀ ਮੁਰਦਾ ਹੈ, ਤੇਰਾ ਕੋਈ ਜ਼ਿੰਦਗੀ ਦੇ ਵਿੱਚ ਲਾਭ ਪ੍ਰਾਪਤੀ ਨਹੀਂ ਤੈਨੂੰ ਹੋਵੇਗੀ। ਪਾਤਸ਼ਾਹ ਕਹਿਣ ਲੱਗੇ ਵੀ ਉਸ ਵੇਲੇ ਪੈਰ ਦਾ ਠੁੱਡਾ ਵੱਜਾ ਤੇ ਰਾਮਾਨੰਦ ਜੀ ਦੇ ਮੁਖੋਂ ਨਿਕਲਿਆ, ਕਹਿੰਦੇ ਰਾਮ ਦੇ ਬੰਦਿਆ ਰਾਮ ਦਾ ਨਾਮ ਜਪੋ ਭਾਈ ਭਲਿਆ, ਇਹ ਜ਼ਿੰਦਗੀ ਬੜੀ ਥੋੜੀ ਹੈ, ਕਮਾਈ ਕਰ ਤੇਰਾ ਜੀਵਨ ਸਫਲਾ ਹੋਵੇ। ਜਿਉਂ ਲੋਹਾ ਪਾਰਸ਼ ਛੂ ਹੈ, ਕਹਿੰਦੇ ਜਿਵੇਂ ਲੋਹਾ ਭਾਵੇਂ ਗਲਿਆ ਹੀ ਹੋਵੇ ਨਾ, ਜੰਗਾਲ ਦਾ ਜੰਗ ਦਾ ਖਾਧਾ ਹੋਵੇ, ਉਹ ਪਾਰਸ ਦੇ ਨਾਲ ਛੋ ਜਾਵੇ ਤੇ ਲੋਹਾ ਸੋਨਾ ਬਣ ਜਾਂਦਾ, ਕੀਮਤੀ ਬਣ ਜਾਂਦਾ ਹੈ। ਭਗਤ ਕਬੀਰ ਸਾਹਿਬ ਦੇ ਲੋਹੇ ਵਾਂਗ ਸਨ ਤੇ ਗੁਰੂ ਰਾਮਾਨੰਦ ਨੰਗੇ ਪਾਰਸ ਦੇ ਵਾਂਗ ਪੈਰ ਲੱਗਾ, ਚਰਨ ਲੱਗਾ ਉਹਨਾਂ ਦਾ, ਜਿਵੇਂ ਪਾਰਸ ਨੂੰ ਛੋ ਕੇ ਲੋਹਾ ਸੋਨਾ ਬਣਦਾ ਹੈ। ਇਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਸਧਾਰਨ ਜੀਵਨ ਬ੍ਰਹਮ ਗਿਆਨ ਦੀ ਦਾਤ ਵਾਲਾ ਬਣਿਆ।
ਉਹਨਾਂ ਨੇ ਆਪਣੇ ਮੁਖੋਂ ਰਾਮ ਰਾਮ ਕਹਿ ਕੇ ਐਸੀ ਅਵਸਥਾ ਪ੍ਰਾਪਤ ਕੀਤੀ। ਚੰਦਨ ਵਾਸ ਨਿੰਮ ਮਹਿਕਾਈ, ਨਿੰਮ ਨੂੰ ਕੌੜਾ ਮੰਨਿਆ ਜਾਂਦਾ ਹੈ, ਪਰ ਜੇ ਨਿੰਮ ਦੇ ਨੇੜੇ ਕਿਤੇ ਚੰਦਨ ਦਾ ਬੂਟਾ ਹੋਵੇ ਨਾ ਤੇ ਕਹਿੰਦੇ ਨਿੰਮ ਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਕਬੀਰ ਸਾਹਿਬ ਜੀਆਂ ਦਾ ਜੀਵਨ ਨਿੰਮ ਵਰਗਾ ਹੈ ਤੇ ਰਾਮਾਨੰਦ ਜੀ ਦੇ ਸੰਗਤ ਜਿਹੜੀ ਉਹ ਚੰਦਨ ਦੇ ਬੂਟੇ ਵਰਗੀ ਹੈ। ਭਗਤੀ ਦੀ ਸੁਗੰਧ ਉਹਨਾਂ ਦੇ ਜੀਵਨ ਵਿੱਚੋਂ ਆਉਣ ਲੱਗ ਪਈ। ਜਦੋਂ ਘਰੋਂ ਚੱਲੇ ਆਪਣਾ ਜੀਵਨ ਸਫਲਾ ਕਰਨ ਵਾਸਤੇ, ਪਸ਼ੂ ਪ੍ਰੇਤੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਇਹ ਪੂਰਿਆਂ ਗੁਰਾਂ ਦੀ ਵਡਿਆਈ ਹੈ ਭਾਈ। ਪਸ਼ੂਆਂ ਦਾ ਵੀ ਮਹਾਰਾਜ ਭਲਾ ਕਰਦੇ, ਪ੍ਰੇਤਾਂ ਦਾ ਭਲਾ ਕਰ ਦਿੰਦੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਨ੍ਹਾਂ ਦਾ ਜੀਵਨ ਪਸ਼ੂਆਂ ਵਰਗਾ, ਕਰਤੂਤ ਪਸ਼ੂ ਕੀ ਮਾਨਸ, ਜਿਨ੍ਹਾਂ ਦਾ ਜੀਵਨ ਪਸ਼ੂਆਂ ਵਰਗਾ ਹੀ ਹੈ। ਖਾ ਲਿਆ, ਪੀ ਲਿਆ, ਸੌਂ ਲਿਆ, ਸੰਤਾਨ ਪੈਦਾ ਕਰ ਲਈ, ਇਹ ਸਭ ਕੁਝ ਪਸ਼ੂ ਕਰਦਾ। ਪਸ਼ੂ ਵੀ ਖਾਂਦਾ, ਆਪਾਂ ਵੀ ਖਾ ਲੈਂਦੇ। ਪਸ਼ੂ ਵੀ ਸੌਂਦਾ, ਆਪਾਂ ਵੀ ਸੌ ਜਾਂਦੇ। ਤੇ ਪਸ਼ੂ ਵੀ ਬੱਚੇ ਪੈਦਾ ਕਰਦਾ ਤੇ ਉਹ ਵੀ ਆਪਾਂ ਕਰ ਲੈ। ਤੇ ਪਸ਼ੂ ਵੀ ਆਪਣਾ ਘਰ ਬਣਾ ਹੀ ਲੈਂਦਾ ਨਾ। ਸ਼ੇਰ ਘੁਰਨੇ ਬਣਾ ਲੈਂਦੇ, ਚਿੜੀਆਂ ਆਲਣਾ ਬਣਾ ਲੈਂਦੀਆਂ, ਆਲਣਾ ਤੇ ਆਪਾਂ ਵੀ ਬਣਾ ਲੈਂਦੇ। ਪਰ ਕੰਮ ਤੇ ਸਾਰੇ ਫਿਰ ਪਸ਼ੂਆਂ ਵਾਲੇ ਹੋਏ ਨਾ, ਬੰਦਿਆਂ ਵਾਲਾ ਤੇ ਕੋਈ ਨਾ ਹੋਇਆ। ਸਗੋਂ ਪਸ਼ੂ ਚੰਗਾ ਬੰਦੇ ਨਾਲ। ਕਿਉਂ? ਕਿਉਂਕਿ ਪਸ਼ੂ ਨਿੰਦਿਆ ਨਹੀਂ ਕਰਦਾ, ਪਸ਼ੂ ਚੁਗਲੀ ਵੀ ਨਹੀਂ ਕਰਦਾ ਕਿਸੇ ਦੀ, ਮਨੁੱਖ ਕਰਦਾ। ਮਨੁੱਖ ਗਿਰਿਆ ਹੋਇਆ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ। ਲੋਕਾਂ ਦੀ ਖੁਸ਼ਾਮਦ ਦਿਨੇ ਰਾਤ ਕਰਦੇ ਰਹਿਣਾ। ਪਸ਼ੂ ਨਹੀਂ ਕਰਦਾ ਪਰ ਮਨੁੱਖ ਫਿਰ ਵੀ ਕਰਦਾ। ਇਸ ਤਰ੍ਹਾਂ ਦੀ ਹਾਲਤ ਹੈ। ਪਰ ਕਹਿਣ ਲੱਗੇ ਗੁਰੂ ਕਿਰਪਾ ਕਰੇ, ਇਹੋ ਜਿਹਾ ਜੀਵਨ ਜਿਨ੍ਹਾਂ ਦਾ ਡਿੱਗਿਆ ਹੋਇਆ ਨਾ ਪਸ਼ੂਆਂ ਵਰਗਾ, ਉਹਨਾਂ ਨੂੰ ਮਹਾਰਾਜ ਉੱਚਾ ਕਰ ਦਿੰਦੇ, ਉਹਨਾਂ ਨੂੰ ਮਨੁੱਖ ਬਣਾ ਦਿੰਦੇ, ਪ੍ਰੀਤਾਂ ਦਾ ਭਲਾ ਕਰ ਦਿੰਦੇ। ਮਹਾਰਾਜ ਦੀ ਬਾਣੀ ਦਾ ਬਚਨ ਪੜ੍ਹਦੇ ਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਆ। ਸਤਿਗੁਰੂ ਇੰਨੀ ਕਿਰਪਾ ਕਰਦੇ, ਪਸ਼ੂਆਂ ਤੋਂ ਮਨੁੱਖ ਬਣਾ ਦਿੰਦੇ। ਬਲਕਿ ਪਸ਼ੂਆਂ ਬੰਦਿਆਂ ਨਾਲੋਂ ਪਸ਼ੂ ਵੀ ਚੰਗਾ, ਮਨੁੱਖ ਨਾਲ ਤਾਂ ਕੁੱਤਾ ਚੰਗਾ। ਮਹਾਰਾਜ ਨੇ ਆਖਿਆ ਨਾ, ਸਵਾਮੀ ਦਾ ਘਰ ਨਹੀਂ ਛੱਡਦਾ ਕੁੱਤਾ ਵਫਾਦਾਰ। ਕੁੱਤੇ ਦੇ ਵਿੱਚ ਇੱਕ ਹੋਰ ਵੀ ਬੜਾ ਵੱਡਾ ਗੁਣ ਹੈ। ਕੁੱਤਾ ਕਦੇ ਆਪਣੇ ਮਾਲਕ ਨੂੰ ਨਹੀਂ ਭੌਂਕਦਾ। ਕੁੱਤਾ ਜਦੋਂ ਭੌਂਕੇਗਾ ਬਗਾਨੇ ਨੂੰ ਹੀ ਭੌਂਕੇਗਾ, ਅਤੇ ਭੌਂਕੇਗਾ ਵੀ ਮੂੰਹ ਦੇ ਉੱਪਰ। ਇਹ ਨਹੀਂ ਵੀ ਜਦੋਂ ਚਲੇ ਜਾਏਗਾ ਬਾਅਦ ਚ। ਕੁੱਤੇ ਨੇ ਜਦੋਂ ਭੌਂਕਣਾ ਬਗਾਨੇ ਬੰਦੇ ਦੇ ਸਾਹਮਣੇ ਹੀ ਭੌਂਕਣਾ, ਮਾਲਕ ਨੂੰ ਨਹੀਂ ਭੌਂਕਦਾ। ਬੰਦੇ ਦਾ ਹਿਸਾਬ ਕਿਤਾਬ ਉਲਟਾ। ਬੰਦਾ ਜਦੋਂ ਭੌਂਕੇਗਾ ਨਾ ਆਪਣਿਆਂ ਨੂੰ ਹੀ ਭੌਂਕੇਗਾ, ਬਗਾਨਿਆਂ ਨੂੰ ਨਹੀਂ। ਤੇ ਭੌਂਕੇਗਾ ਵੀ ਪਿੱਠ ਦੇ ਪਿੱਛੇ। ਕੁੱਤਾ ਤੇਰੇ ਨਾਲ ਚੰਗਾ, ਉਹ ਮੂੰਹ ਤੇ ਭੌਂਕਦਾ ਪਿਆ, ਤੂੰ ਪਿੱਠ ਪਿੱਛੇ ਭੌਂਕਦਾ ਪਿਆ। ਫਲਾਣਾ ਬੜਾ ਮਾੜਾ, ਚੁਗਲੀ ਕੀਤੀ, ਨਿੰਦਿਆ ਕੀਤੀ, ਫਿਰ ਤੇ ਕੁੱਤੇ ਨਾਲੋਂ ਵੀ ਗਿਰਿਆ ਹੋਇਆ ਨਾ। ਪਿੱਠ ਪਿੱਛੇ ਬੋਲਦਾ ਹੈ, ਬੋਲਦਾ ਵੀ ਆਪਣਿਆਂ ਬਾਰੇ ਹੀ ਹੈ, ਦੂਜਿਆਂ ਬਾਰੇ ਨਹੀਂ। ਇਸ ਕਰਕੇ ਕੁੱਤੇ ਵਿੱਚ ਇਹ ਗੁਣ ਹੈ, ਉਹ ਭੌਂਕਿਆ ਵੀ ਆਪਣਿਆਂ ਨੂੰ ਨਹੀਂ, ਬਗਾਨਿਆਂ ਨੂੰ ਤੇ ਮੂੰਹ ਦੇ ਉੱਪਰ। ਬੰਦਾ ਭੌਂਕਿਆ ਆਪਣਿਆਂ ਨੂੰ ਵੀ ਪਿੱਠ ਪਿੱਛੇ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦਾ ਜੀਵਨ ਪਸ਼ੂਆਂ ਵਰਗਾ। ਪਰ ਜੇ ਗੁਰੂ ਸ਼ਰਨ ਵਿੱਚ ਆ ਜਾਈਏ, ਸਤਿਗੁਰੂ ਉਪਦੇਸ਼ ਦੇ ਕੇ ਪਸ਼ੂਆਂ ਨੂੰ ਮਨੁੱਖ ਬਣਾ ਦਿੰਦੇ। ਇਹ ਕਬੀਰ ਸਾਹਿਬ ਜੀ ਪਸ਼ੂ ਪ੍ਰੇਤੋ ਦੇਵਕਾਰ ਪੂਰੇ ਸਤਿਗੁਰ ਦੀ ਵਡਿਆਈ। ਇਹ ਪੂਰੇ ਗੁਰੂ ਦੀ ਵਡਿਆਈ ਹੈ ਕਿ ਇਹ ਪਸ਼ੂਆਂ ਨੂੰ ਪ੍ਰੀਤਾਂ ਦਾ ਵੀ ਮਹਾਰਾਜ ਭਲਾ ਕਰਕੇ ਪੂਰਾ ਮਨੁੱਖ ਬਣਾ ਦਿੰਦੇ। ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲਾਈ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਹਵਾ ਵਿੱਚ ਹਵਾ ਮਿਲ ਜਾਂਦੀ ਹੈ, ਪ੍ਰਕਾਸ਼ ਵਿੱਚ ਪ੍ਰਕਾਸ਼ ਮਿਲ ਜਾਂਦਾ ਹੈ। ਕਬੀਰ ਸਾਹਿਬ ਜੀ ਨੂੰ ਇਸ ਤਰ੍ਹਾਂ ਬੰਦਗੀ ਦੀ ਪ੍ਰਾਪਤੀ ਹੋਈ ਤੇ ਰੱਬ ਦਾ ਰੂਪ ਹੀ ਹੋ ਗਏ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਇੱਕੋ ਰੂਪ ਹੀ ਹੋ ਗਏ, ਪਛਾਣਿਆ ਨਹੀਂ ਜਾਂਦਾ। ਝਰਨਾ ਝਰਦਾ ਨਿਚਰੋ, ਗੁਰਮੁਖ ਬਾਣੀ ਘੜ ਕਢਾਈ। ਰਾਮ ਕਬੀਰਾ ਭੇਦ ਨਾ ਭਾਈ। ਕਹਿੰਦੇ ਭਾਈ ਪਰਮਾਤਮਾ ਦੇ ਵਿੱਚ ਤੇ ਕਬੀਰ ਸਾਹਿਬ ਦੇ ਵਿੱਚ ਭੇਦ ਰਹਿ ਹੀ ਨਹੀਂ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਐਸਾ ਜੀਵਨ ਪਾਤਸ਼ਾਹ ਬਚਨ ਬਖਸ਼ਿਸ਼ ਕਰਦੇ ਪਏ। ਕਹਿੰਦੇ ਭਾਈ ਇਸ ਤਰ੍ਹਾਂ ਦੇ ਹੋਏ ਨੇ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਨੇ ਇਹ ਪ੍ਰਮਾਤਮਾ ਤੇਰੇ ਨਾਮ ਨੂੰ ਜਪਿਆ। ਨਾਮ ਨੂੰ ਜਪ ਕੇ
ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਅਤੇ ਜੀਵਨ ਸਫਲਾ ਬਣਾ ਕੇ ਉਸ ਵੇਲੇ ਸੰਸਾਰ ਤੋਂ ਸਫਲੇ ਹੋ ਕੇ ਗਏ। ਐਸੀ ਆਪ ਜੀ ਦਾਤ ਪ੍ਰਾਪਤ ਕਰਦੇ ਪਏ। ਇਸ ਤਰ੍ਹਾਂ ਦੇ ਕਬੀਰ ਸਾਹਿਬ ਜੀ ਹੋਏ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋਇਆ। ਗੁਰਬਾਣੀ ਦੇ ਵਿੱਚ ਪੜ੍ਹੀਏ 541 ਸ਼ਬਦ ਕਬੀਰ ਸਾਹਿਬ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖੇ ਹੋਏ। 15 ਭਗਤਾਂ ਵਿੱਚੋਂ ਆਪ ਨੂੰ ਸ਼੍ਰੋਮਣੀ ਭਗਤ ਹੋਣ ਦਾ ਖਿਤਾਬ ਮਿਲਿਆ ਹੈ ਵੀ ਆਪ ਸਭ ਤੋਂ ਵੱਡੇ ਭਗਤ ਨੇ, ਆਪ ਵਰਗਾ ਕੋਈ ਨਹੀਂ ਹੈ। ਤੇ ਉਹਨਾਂ ਨੇ ਗੁਰਬਾਣੀ ਦੇ ਬਚਨ ਕਰਦਿਆਂ ਹੋਇਆਂ ਜਿੱਥੇ ਜੀਵਨ ਕਮਾਇਆ ਉੱਥੇ ਦੁਨੀਆ ਵੈਰ ਵਿਰੋਧ ਵੀ ਕਰਦੀ ਹੈ ਵੀ ਇਹ ਨੀਵੀਂ ਜਾਤ ਦਾ ਭਗਤ ਹੈ, ਭਗਤ ਕਿਵੇਂ ਬਣ ਸਕਦਾ, ਵਡਿਆਈ ਕਿਵੇਂ ਹੋ ਸਕਦੀ ਹੈ। ਬੰਨ ਕੇ ਸੰਗਲਾਂ ਦੇ ਨਾਲ ਗੰਗਾ ਦੇ ਪਾਣੀ ਵਿੱਚ ਸੁੱਟਿਆ ਜਾਂਦਾ ਹੈ। ਉਹ ਆਪ ਹੀ ਬਚਨ ਕਰਦੇ ਪਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਐਸਾ ਬਚਨ ਕਰਦੇ ਪਏ। ਗੁਰਮੁਖੋ ਜਦੋਂ ਆਪ ਜੀ ਦਾ ਅੰਤ ਵੇਲਾ ਆਇਆ, ਸਰੀਰ ਛੱਡਣ ਦਾ ਸਮਾਂ ਆਇਆ, ਤੇ ਉਸ ਵੇਲੇ ਆਪ ਨੇ ਕਾਸ਼ੀ ਨੂੰ ਛੱਡ ਕੇ ਤੇ ਮਗਹਰ ਦੀ ਧਰਤੀ ਤੇ ਚਲੇ ਗਏ। ਲੋਕਾਂ ਨੇ ਆਖਿਆ ਕਬੀਰ ਸਾਹਿਬ ਇਹ ਕੀ ਕੀਤਾ ਹੈ? ਕਾਸ਼ੀ ਨੂੰ ਵਰ ਮਿਲਿਆ ਹੋਇਆ ਜਿਹੜਾ ਮਰੇਗਾ ਉਹ ਸਵਰਗਾਂ ਵਿੱਚ ਜਾਏਗਾ, ਮਗਹਰ ਦੀ ਧਰਤੀ ਨੂੰ ਸ਼ਰਾਪ ਮਿਲਿਆ, ਇਹ ਭ੍ਰਿਸ਼ਟ ਧਰਤੀ ਹੈ, ਜਿਹੜਾ ਮਰੇਗਾ ਤੇ ਨਰਕਾਂ ਵਿੱਚ ਜਾਏਗਾ। ਕਬੀਰ ਸਾਹਿਬ ਜੀ ਕਹਿੰਦੇ ਕਾਸ਼ੀ ਮਗਹਰ ਸਮ ਵਿਚਾਰੀ, ਕਹਿੰਦੇ ਉਹੋ ਜੀ ਸਾਨੂੰ ਕਾਸ਼ੀ ਹੈ, ਉਹੋ ਜਿਹਾ ਹੀ ਮਗਹਰ ਹੈ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਕਾਸ਼ੀ ਵਿੱਚ ਰਹਿ ਕੇ ਬੰਦਾ ਪਾਪ ਹੀ ਕਰੀ ਜਾਵੇ, ਫਿਰ ਉਹ ਸਵਰਗਾਂ ਵਿੱਚ ਕਿਵੇਂ ਜਾਵੇਗਾ? ਨਹੀਂ ਜਾਵੇਗਾ। ਮਗਹਰ ਦੀ ਧਰਤੀ ਭਾਵੇਂ ਭ੍ਰਿਸ਼ਟ ਹੈ, ਸ਼ਰਾਪ ਮਿਲਿਆ ਹੋਇਆ ਹੈ, ਜਿਹੜਾ ਉੱਥੇ ਰਹਿ ਕੇ ਬੰਦਗੀ ਕਰੇਗਾ ਉਹ ਨਰਕਾਂ 'ਚ ਜਾ ਹੀ ਨਹੀਂ ਸਕਦਾ ਹੈ। ਇਹ ਲੋਕਾਂ ਦੀ ਵਿਚਾਰਧਾਰਾ ਨੂੰ ਤੋੜਨ ਵਾਸਤੇ ਆਪ ਜਾਣ ਬੁੱਝ ਕੇ ਕਾਸ਼ੀ ਛੱਡ ਕੇ ਤੇ ਮਗਹਰ ਚਲੇ ਗਏ। ਕਹਿੰਦੇ ਸਾਨੂੰ ਨਹੀਂ ਡਰ ਭਾਈ, ਇਸ ਧਰਤੀ ਭਾਵੇਂ ਭ੍ਰਿਸ਼ਟ ਵੀ ਹੈ, ਕਿਉਂਕਿ ਪਰਮਾਤਮਾ ਦੇ ਜਿਹੜੇ ਭਗਤ ਨੇ ਨਾ ਉਹ ਇੰਨੇ ਉੱਚੇ ਹੋ ਜਾਂਦੇ ਵੀ ਉਹ ਧਰਤੀ ਕਰਮਾਂ ਵਾਲੀ ਹੋ ਜਾਂਦੀ ਹੈ। ਗੁਰਬਾਣੀ ਦਾ ਬਚਨ ਇਹ ਹੈ, ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਰੱਬ ਵੱਡਾ ਹੈ, ਜਾਂ ਉਹ ਤੀਰਥ ਵੱਡਾ ਹੈ, ਜਾਂ ਉਹ ਤੀਰਥ ਦੇ ਰਹਿਣ ਵਾਲਾ ਭਗਤ ਵੱਡਾ ਹੈ। ਤੇ ਉਸ ਵੇਲੇ ਸਤਿਗੁਰਾਂ ਦੀ ਗੁਰਬਾਣੀ ਨੇ ਆਖਿਆ ਨਹੀਂ, ਤੀਰਥ ਦੇ ਨਾਲੋਂ ਰੱਬ ਦਾ ਭਗਤ ਵੱਡਾ, ਕਿਉਂਕਿ ਭਗਤ ਨੇ ਚਰਨ ਪਾਏ ਤੇ ਤੀਰਥ ਬਣਿਆ ਹੀ ਤਾਂ ਹੈ। ਸੋ ਨਿਹਾਲ ਜਿਹੜੀ ਧਰਤੀ ਨੂੰ ਕਹਿੰਦੇ ਵੀ ਇੱਥੇ ਸ਼ਰਾਪ ਮਿਲਿਆ ਵੀ ਜਿਹੜਾ ਮਰ ਕੇ ਨਰਕਾਂ ਵਿੱਚ ਜਾਵੇਗਾ, ਆਪ ਉੱਥੇ ਚਲੇ ਗਏ, ਸਰੀਰ ਛੱਡਿਆ, ਤੇ ਅੱਜ ਉਸ ਧਰਤੀ ਨੂੰ ਲੋਕ ਨਮਸਕਾਰਾਂ ਕਰਦੇ ਪਏ, ਮੱਥਾ ਟੇਕਦੇ ਪਏ। ਇਸ ਤਰ੍ਹਾਂ ਦੇ ਆਪ ਸ਼੍ਰੋਮਣੀ ਭਗਤ ਹੋਏ। ਇਹਨਾਂ ਦਾ ਜੀਵਨ ਲਿਖਿਆ ਵੀ ਕਾਂਸ਼ੀਪੁਰੀ ਵਿੱਚ ਆਪ ਜੀ ਦਾ ਅਵਤਾਰ ਹੋਇਆ ਹੈ। ਕਈਆਂ ਵਿਦਵਾਨਾਂ ਗੁਰਮੁਖਾਂ ਨੇ ਲਿਖਿਆ ਵੀ ਵਿਧਵਾ ਇੱਕ ਬ੍ਰਾਹਮਣੀ ਸੀ, ਉਹਦੀ ਕੁੱਖ ਤੋਂ ਆਪ ਜੀ ਨੇ ਜਨਮ ਲਿਆ, ਤੇ ਇਹਨਾਂ ਨੂੰ ਬਾਹਰ ਕਿਤੇ ਸੁੰਨਸਾਨ ਜਗ੍ਹਾ ਦੇ ਉੱਪਰ ਛੱਡ ਕੇ ਉਹ ਬੀਬੀ ਚਲੇ ਗਈ। ਉਥੋਂ ਫਿਰ ਕਿਸੇ ਪਰਿਵਾਰ ਨੇ ਚੁੱਕ ਕੇ, ਜਿਹੜਾ ਜੁਲਾਹਿਆਂ ਦਾ ਪਰਿਵਾਰ ਸੀਗਾ, ਉਹਨਾਂ ਨੇ ਭਗਤ ਕਬੀਰ ਸਾਹਿਬ ਜੀ ਨੂੰ ਪਾਲਿਆ ਅਤੇ ਫਿਰ ਜਵਾਨ ਹੋਏ। ਇਹਨਾਂ ਦੇ ਆਨੰਦ ਕਾਰਜ ਹੋਏ, ਅੱਗੇ ਇਹਨਾਂ ਦੀ ਸੰਤਾਨ ਪੈਦਾ ਹੋਈ। ਸੋ ਕਮਾਲਾ ਜੀ ਇਹਨਾਂ ਦਾ ਪੁੱਤਰ, ਇਸ ਤਰ੍ਹਾਂ ਉਹਨਾਂ ਦੇ ਨਾਮ, ਤੇ ਕਮਾਲੀ ਇਹਨਾਂ ਦੀ ਪੁੱਤਰੀ। ਇਹ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਵੀ ਇਸ ਤਰ੍ਹਾਂ ਇਹਨਾਂ ਦਾ ਅੱਗੇ ਪਰਿਵਾਰ ਹੋਇਆ। ਮਹਾਰਾਜ ਕਹਿੰਦੇ ਪਏ, ਕਹਿੰਦੇ ਭਾਈ ਕਬੀਰ ਧਿਆਇਓ ਏਕ ਰੰਗ। ਕਬੀਰ ਸਾਹਿਬ ਜੀ ਨੇ ਪਰਮਾਤਮਾ ਨੂੰ ਸਾਰੇ ਥਾਵਾਂ ਤੇ ਇੱਕੋ ਜਾਣ ਕੇ, ਸਾਰਿਆਂ ਵਿੱਚ ਜਾਣ ਕੇ ਧਿਆਇਆ। ਇਤਿਹਾਸ ਵਿੱਚ ਬਚਨ ਆਉਂਦਾ ਵੀ ਇੱਕ ਵਾਰੀ ਚੋਰ ਚੋਰੀ ਕਰਦਾ ਨਾ ਕਾਸ਼ੀ ਦੇ ਵਿੱਚ, ਉਸ ਵੇਲੇ ਲੋਕਾਂ ਦੇ ਵੱਲੋਂ ਫੜਿਆ ਜਾਣ ਲੱਗਾ। ਲੋਕ ਮਗਰ ਲੱਗ ਪਏ, ਭੱਜ ਪਏ ਮਗਰ। ਚੋਰ ਭੱਜਾ ਭੱਜਾ ਕਬੀਰ ਸਾਹਿਬ ਜੀ ਦੇ ਕੋਲ ਆ ਗਿਆ, ਕਹਿਣ ਲੱਗਾ ਜੀ ਮੈਨੂੰ ਤੇ ਫੜ ਲੈਣ ਲੱਗੇ, ਮੈਂ ਤੇ ਚੋਰੀ ਕਰਕੇ ਆਇਆ, ਮੈਨੂੰ ਬਚਾ ਲਓ ਕਬੀਰ ਸਾਹਿਬ ਜੀ। ਕਬੀਰ ਸਾਹਿਬ ਜੀ ਕਹਿੰਦੇ ਬਚਾ ਲਵਾਂਗੇ, ਪਰ ਪਹਿਲਾਂ ਬਚਨੇ ਸਾਡੇ ਨਾਲ ਕਰ ਵੀ ਅੱਜ ਤੋਂ ਬਾਅਦ ਚੋਰੀ ਨਹੀਂ ਕਰੇਗਾ। ਕਹਿੰਦਾ ਜੀ ਜੇ ਜਾਨ ਬਚ ਜਾਵੇ ਅੱਜ ਤੇ ਚੋਰੀ ਨਹੀਂ ਕਰਦਾ। ਕਹਿੰਦੇ ਰੱਬ ਦੀ ਬੰਦਗੀ ਕਰਿਆ ਕਰੇਗਾ? ਕਹਿੰਦਾ ਜੀ ਜ਼ਰੂਰ ਕਰਾਂਗਾ, ਮੈਨੂੰ ਬਚਾ। ਕਹਿੰਦੇ ਫਿਰ ਇਸ ਤਰ੍ਹਾਂ ਕਰ, ਉਹ ਸਾਡਾ ਪਰਿਵਾਰ ਲੰਮੇ ਪਿਆ ਹੈ, ਮੇਰਾ ਪੁੱਤਰ ਵੀ ਪਿਆ, ਮੇਰੀ ਧੀ ਵੀ ਲੰਮੇ ਪਈ ਹੈ, ਮੇਰੀ ਘਰ ਵਾਲੀ ਲੰਮੇ ਪਈ, ਪਰਿਵਾਰ ਲੰਮੇ ਪਿਆ ਹੈ, ਜਾ ਜਾ ਕੇ ਤੂੰ ਮੇਰੇ ਪਰਿਵਾਰ ਦੇ ਨਾਲ ਲੰਮੇ ਪੈ ਜਾ, ਬਾਕੀ ਮੈਂ ਸਾਰਾ ਕੁਝ ਆਪੇ ਦੇਖਦਾ। ਇਸ ਤਰ੍ਹਾਂ ਉਹ ਚੋਰ ਜਾ ਕੇ ਪਰਿਵਾਰ ਦੇ ਕੋਲ ਲੰਮੇ ਪੈ ਗਿਆ। ਇਧਰੋਂ ਲੋਕ ਪੁੱਛਦੇ ਪੁੱਛਦੇ ਆਏ, ਕਹਿੰਦੇ ਕਬੀਰ ਸਾਹਿਬ ਇੱਧਰ ਨੂੰ ਚੋਰ ਆਇਆ। ਕਹਿੰਦੇ ਭਾਈ ਉਹ ਤੇ ਮੇਰਾ ਪਰਿਵਾਰ ਲੰਮੇ ਪਿਆ ਹੋਇਆ, ਬਾਕੀ ਤੁਸੀਂ ਵੇਖ ਲਓ। ਵੇਖ ਕੇ ਚਲੇ ਗਿਆ, ਚੋਰ ਨੂੰ ਬਚਾਇਆ।
ਲੋਕੀ ਕਹਿਣ ਲੱਗ ਪਏ, ਕਹਿੰਦੇ ਲਓ ਜੀ ਕਬੀਰ ਤੇ ਚੋਰਾਂ ਦੇ ਸਾਥ ਦਿੰਦਾ, ਇਹ ਤੇ ਚੋਰਾਂ ਦੇ ਨਾਲ ਮਿਲਿਆ ਹੋਇਆ, ਚੋਰਾਂ ਦਾ ਸਾਥ ਦਿੰਦਾ ਹੈ। ਮਹਾਰਾਜ ਕਹਿੰਦੇ ਨਹੀਂ, ਕਬੀਰ ਧਿਆਇਓ ਏਕ ਰੰਗ। ਕਬੀਰ ਸਾਹਿਬ ਨੇ ਚੋਰ ਵਿੱਚ ਵੀ ਪ੍ਰਮਾਤਮਾ ਨੂੰ ਹੀ ਵੇਖਿਆ, ਇੰਨਾ ਉਹਨਾਂ ਦੇ ਵਿੱਚ ਪਿਆਰ ਹੈ ਰੱਬ ਦੇ ਪ੍ਰਤੀ। ਸਾਰਿਆਂ ਵਿੱਚ ਰੱਬ ਨੂੰ ਵੇਖ ਕੇ ਕਬੀਰ ਸਾਹਿਬ ਨੇ ਉਸ ਨੂੰ ਜੋੜਿਆ ਰੱਬ ਦੇ ਨਾਮ ਦੇ ਨਾਲ, ਮਾੜੇ ਔਗੁਣਾਂ ਤੋਂ ਛੁਡਾਇਆ। ਐਸੇ ਰੱਬ ਦੇ ਸ਼੍ਰੋਮਣੀ ਭਗਤ ਹੋਏ ਹਨ। ਨਾਮਦੇਵ ਹਰਿ ਜੀਓ ਬਸੈ ਸੰਗ। ਭਗਤ ਨਾਮਦੇਵ ਜੀ ਕਹਿਣ ਲੱਗੇ, ਇਹਨਾਂ ਦੀ ਬੜੀ ਵੱਡੀ ਮਹਿਮਾ ਗੁਰਬਾਣੀ ਦੇ ਵਿੱਚ ਉਸ ਵੇਲੇ ਲਿਖੀ ਗਈ ਹੈ। ਕਹਿਣ ਲੱਗੇ ਵੀ ਨਾਮਦੇਵ ਜਿਹੜੇ ਭਗਤ ਨੇ ਨਾ, ਇਹਨਾਂ ਦੇ ਨਾਲ ਹੀ ਪ੍ਰਮਾਤਮਾ ਹਰ ਵੇਲੇ ਰਹਿੰਦਾ ਹੈ, ਹਰ ਵੇਲੇ ਪ੍ਰਮਾਤਮਾ ਨੂੰ ਵੇਖਦੇ। ਇਤਿਹਾਸਕਾਰਾਂ ਨੇ ਲਿਖਿਆ ਵੀ 72 ਵਾਰੀ ਪ੍ਰਤੱਖ ਰੂਪ ਦੇ ਵਿੱਚ ਰੱਬ ਨੂੰ ਆ ਕੇ ਦਰਸ਼ਨ ਦੇਣੇ ਪਏ। ਵੈਸੇ ਤੇ ਨਾਮਦੇਵ ਜੀ ਜਰੇ ਜਰੇ ਵਿੱਚ ਹੀ ਵੇਖਦੇ, ਕਹਿੰਦੇ ਨਾ ਬਾਣੀ ਦਾ ਬਚਨ ਪੜ੍ਹਦੇ, ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ। ਉਹਨਾਂ ਦਾ ਬਚਨ ਇਹ ਆ ਵੀ ਸਾਰੇ ਥਾਵਾਂ ਤੇ ਹੀ ਪਰਮਾਤਮਾ ਹੈ। ਪਰ ਇਤਿਹਾਸਕਾਰ ਕਹਿੰਦੇ ਵੀ 72 ਵਾਰੀ ਪ੍ਰਮਾਤਮਾ ਨੂੰ ਖੁਦ ਪ੍ਰਗਟ ਹੋ ਕੇ ਆ ਕੇ, ਕਦੇ ਕੁੱਤੇ ਦੇ ਵਿੱਚੋਂ ਪ੍ਰਗਟ ਹੁੰਦੇ ਪਏ, ਕਦੇ ਕਲੰਦਰ ਦੇ ਵਿੱਚੋਂ ਪ੍ਰਗਟ ਹੁੰਦੇ ਪਏ, ਕਦੇ ਕਿਤੇ ਜਾ ਕੇ ਦਰਸ਼ਨ ਦਿੰਦੇ ਪਏ, ਕਦੇ ਨਾਮਦੇਵ ਜੀ ਦੇ ਵਾਸਤੇ ਮੰਦਰ ਫਿਰਦਾ ਪਿਆ। ਇਹ ਐਸੀਆਂ ਸਾਰੀਆਂ ਗਤੀਵਿਧੀਆਂ ਇਹ ਨਾਮਦੇਵ ਦੇ ਜੀਵਨ ਵਿੱਚ ਹੋਈਆਂ। ਨਰਸੀ ਨਾਮ ਦਾ ਪਿੰਡ ਹੈ ਗੁਰਮੁਖੋ ਮਹਾਰਾਸ਼ਟਰ ਦੇ ਅੰਦਰ। ਉਥੇ ਭਗਤ ਜੀਆਂ ਨੇ 1270 ਦੇ ਵਿੱਚ ਕਹਿਣ ਲੱਗੇ ਵੀ ਈਸਵੀ ਇਹ ਜਿਹੜਾ ਸੰਨ ਹੈ, ਇਹਨਾਂ ਨੇ ਅਵਤਾਰ ਧਾਰਿਆ, ਇਹਨਾਂ ਦਾ ਜਨਮ ਹੋਇਆ। ਐਸੇ ਵੱਡੇ ਆਪ ਮਹਾਂਪੁਰਖ ਨੇ ਬੇਅੰਤ ਬਾਣੀ ਆਪ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ ਹੈ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀਅਲੇ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸੁਆਮੀ ਤਿਉ ਤਰੇ। ਨਾਮਦੇਵ ਜੀ ਕਹਿੰਦੇ ਆ, ਸੁਆਮੀ ਅਕਾਲ ਪੁਰਖ ਤੁਸੀਂ ਗਣਕਾ ਦਾ ਉਧਾਰ ਕਰ ਦਿੱਤਾ ਹੈ ਅਤੇ ਕੁਬਜਾ ਦਾ ਉਧਾਰ ਕਰ ਦਿੱਤਾ ਆਪ ਜੀ ਨੇ। ਅਜਾਮਲ ਪਾਪੀ ਦਾ ਵੀ ਆਪ ਨੇ ਉਧਾਰ ਕੀਤਾ ਹੈ, ਜਿਨ੍ਹਾਂ ਨੇ ਕਦੇ ਜਪ ਨਹੀਂ ਕੀਤਾ। ਹੁਣ ਗਣਕਾ ਵੇਸਵਾ ਜਪ ਥੋੜਾ ਕਰਦੀ ਹੈ, ਉਹ ਤੇ ਸਰੀਰ ਵੇਚਦੀ, ਮਹਾਰਾਜ ਉਹਦਾ ਦਾ ਵੀ ਭਲਾ ਕਰ ਦਿੱਤਾ। ਤਪਹੀਨ ਜਿਨ੍ਹਾਂ ਨੇ ਤਪ ਕੋਈ ਨਹੀਂ ਕੀਤਾ, ਕੁਬਜਾ ਵਰਗਿਆਂ ਦਾ ਉਹਨਾਂ ਦਾ ਭਲਾ ਕਰ ਦਿੱਤਾ। ਕ੍ਰਮਹੀਨ ਜਿਨ੍ਹਾਂ ਨੇ ਚੰਗਾ ਕੰਮ ਹੀ ਕੋਈ ਨਹੀਂ ਕੀਤਾ, ਉਹ ਹੈ ਅਜਾਮਲ, ਵਿਕਾਰਾਂ ਨੂੰ ਭੋਗਦਾ ਹੈ। ਨਾਮੇ ਕੇ ਸੁਆਮੀ ਤਿਉ ਤਰੇ। ਨਾਮਦੇਵ ਜੀ ਕਹਿੰਦੇ ਆ ਸੁਆਮੀ ਮਾਲਕ, ਉਹਨਾਂ ਦਾ ਆਪ ਜੀ ਨੇ ਉਧਾਰ ਕਰ ਦਿੱਤਾ ਹੈ, ਤੇ ਮੈਂ ਤੇ ਆਪ ਜੀ ਦਾ ਭਗਤ ਹਾਂ, ਮੇਰਾ ਵੀ ਤੇ ਆਪ ਭਲਾ ਹੀ ਕਰੋਗੇ ਨਾ। ਐਸੇ ਮਹਾਂਪੁਰਖ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। 61 ਸ਼ਬਦ ਨਾਮਦੇਵ ਭਗਤ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਗਏ ਅਤੇ 18 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਲਿਖੀ ਗਈ ਹੈ। ਐਸੇ ਇਹ ਮਹਾਂਪੁਰਖ ਭਗਤ ਹੋਏ। ਆਪ ਨੇ ਮਹਾਰਾਸ਼ਟਰ ਦੀ ਧਰਤੀ ਤੇ ਅਵਤਾਰ ਧਾਰਿਆ। ਹੌਲੀ ਹੌਲੀ ਉਪਦੇਸ਼ ਕਰਦਿਆਂ ਕਰਦਿਆਂ ਚਲਦਿਆਂ ਫਿਰ ਗੁਰਮੁਖੋ ਮੰਦਰ ਦੀ ਕਥਾ ਆਪ ਜੀ ਨੇ ਕਈ ਵਾਰੀ ਸਰਵਣ ਕੀਤੀ ਹੈ ਕਿ ਉਸ ਵੇਲੇ ਮੰਦਰ ਇਹਨਾਂ ਦੇ ਵਾਸਤੇ ਫਿਰਿਆ ਗਿਆ। ਇੱਥੋਂ ਚੱਲ ਕੇ ਫਿਰ ਹੌਲੀ ਹੌਲੀ ਆਪ ਪੰਜਾਬ ਦੀ ਧਰਤੀ ਤੇ ਵੀ ਆਏ। ਇੱਥੇ ਕਈ ਸਾਲ ਆਪ ਜੀ ਨੇ ਬਤੀਤ ਕੀਤੇ। ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਘੁਮਾਣ ਪਿੰਡ ਹੈ, ਉੱਥੇ ਆਪ ਜੀ ਨੇ ਆਪਣਾ ਸਮਾਂ ਬਤੀਤ ਕਰਦਿਆਂ ਇੱਥੇ ਹੀ ਆਪ ਜੀ ਜੋਤੀ ਜੋਤ ਸਮਾਏ। ਕਿ ਉਹਨਾਂ ਦੀ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਪੜ੍ਹਨ ਵਾਸਤੇ, ਸਰਵਣ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੁੰਦੇ ਅਤੇ ਉਹਨਾਂ ਨੇ ਐਸੀ ਕਿਰਪਾ ਕੀਤੀ ਹੈ। ਭਾਈ ਗੁਰਦਾਸ ਜੀ ਉਹਨਾਂ ਦੀ ਮਹਿਮਾ ਕਰਦਿਆਂ ਹੋਇਆਂ ਕਹਿਣ ਲੱਗੇ, ਭਾਈ ਇਹ ਜਿਹੜੇ ਭਗਤ ਨਾਮਦੇਵ ਨੇ ਨਾ, ਇਹਨਾਂ ਦੀ ਸੋਭਾ ਬੜੀ ਵੱਡੀ ਹੈ। ਉਹਨਾਂ ਨੇ ਬਚਨ ਆਖਿਆ, ਕਹਿਣ ਲੱਗੇ ਕਿਤੇ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਦਾਇਆ। ਨਾਮਦੇਵ ਦੇ ਜੀਵਨ ਵਿੱਚ ਇਹ ਬਚਨ ਆਉਂਦਾ ਹੈ ਵੀ ਇਹਨਾਂ ਦਾ ਜਿਹੜਾ ਨਾਨਾ ਸੀਗਾ ਉਹ ਕਿਸੇ ਕੰਮ ਚੱਲਿਆ, ਕੋਈ ਕੰਮ ਜ਼ਰੂਰੀ ਪੈ ਗਿਆ। ਪਹਿਲਾਂ ਠਾਕੁਰ ਨੂੰ ਰੋਜ਼ ਭੋਗ ਲਵਾਇਆ ਕਰਦਾ, ਦੁੱਧ ਲੈ ਕੇ ਗੜਵੇ, ਸੋਨੇ ਕਟੋਰੀ ਦੁੱਧ ਹੈ ਭਰੀ, ਲੈ ਨਾਮੈ ਹਰ ਆਗੈ ਧਰੀ। ਵੀ ਸੋਨੇ ਦੀ ਕਟੋਰੀ ਕਹੀਏ ਗੜਵੀ, ਉਸ ਵੇਲੇ ਦੁੱਧ ਦੀ ਭਰ ਕੇ ਨਾਨਾ ਲੈ ਕੇ ਜਾਇਆ ਕਰਦਾ ਤੇ ਠਾਕੁਰ ਨੂੰ ਭੋਗ ਲਵਾ ਕੇ ਤੇ ਮੁੜ ਕੇ ਦੁੱਧ ਆਪ ਛਕ ਲੈਂਦਾ ਅਤੇ ਜਾਂ ਥੋੜਾ ਬਹੁਤਾ ਬਚਦਾ ਤੇ ਫਿਰ ਨਾਮਦੇਵ ਜੀ ਨੂੰ ਛਕਾ ਦਿੰਦਾ। ਕਹਿਣ ਲੱਗੇ ਵੀ ਅੱਜ ਨਾਨੇ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਵੀ ਅੱਜ ਮੈਂ ਭੋਗ ਨਹੀਂ ਲਵਾ ਸਕਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਕੰਮ ਕਿਤਾ ਪਿਓ ਚੱਲਿਆ। ਇਹ ਜਿਹੜਾ ਪਿਓ ਬਣਿਆ ਸੀ ਨਾ, ਬਾਪ ਬਣ ਕੇ ਨਾਨੇ ਨੇ ਪਾਲਿਆ ਨਾ। ਇਹਨਾਂ ਦੀ ਮਾਤਾ ਆਪਣੇ ਪੇਕੇ ਘਰ ਹੀ ਆ ਕੇ ਰਹੀ।
ਤੇ ਕਹਿਣ ਲੱਗੇ ਨਾਮਦੇਵ ਨੂੰ ਆਖ ਸੁਣਾਇਆ। ਜਾਂਦਾ ਜਾਂਦਾ ਨਾਨਾ ਕਹਿ ਗਿਆ ਵੀ ਪੁੱਤਰ ਵੀ ਇਸ ਤਰ੍ਹਾਂ ਕਰ, ਵੀ ਇਹ ਕੰਮ ਤੂੰ ਮੇਰੇ ਮਗਰੋਂ ਜ਼ਰੂਰੀ ਕਰਨਾ ਹੈ। ਠਾਕੁਰ ਦੀ ਸੇਵਾ ਕਰੀ, ਅੱਜ ਮੈਂ ਪੂਜਾ ਨਹੀਂ ਕਰ ਸਕਿਆ, ਤੂੰ ਮੇਰੀ ਥਾਂ ਤੇ ਪੂਜਾ ਕਰਕੇ ਤੇ ਠਾਕੁਰ ਦੀ ਸੇਵਾ ਕਰ। ਦੁੱਧ ਪਿਆਵਨ ਕਹਿ ਸਮਝਾਇਆ। ਨਾਮਦੇਵ ਨੇ ਪੁੱਛਿਆ ਵੀ ਸੇਵਾ ਕਿਵੇਂ ਕਰੀਦੀ ਹੈ? ਕਹਿੰਦੇ ਜਾ ਕੇ ਦੁੱਧ ਦਾ ਭੋਗ ਲਵਾਉਣਾ ਠਾਕੁਰ। ਕਹਿਣ ਲੱਗੇ ਠੀਕ ਹੈ। ਨਾਮਦੇਵ ਇਸ਼ਨਾਨ ਕਰ। ਨਾਮਦੇਵ ਨੇ ਜ਼ਿੰਮੇਵਾਰੀ ਸਮਝੀ ਆਪਣੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਕਪਲ ਗਾਏ ਦੇਹ ਲੈ ਕੇ ਆਇਆ। ਕਪਲ ਕਹਿੰਦੇ ਕਾਲੇ ਗਾਂ ਦੀ ਸਾਂਵਲੀ ਦੀ ਜਿਹੜੀ ਗਾਂ ਉਹ ਘਰ ਵਿੱਚ ਰੱਖੀ ਹੋਈ ਤੇ ਉਹਦਾ ਦੁੱਧ ਚੋਇਆ ਨਾਮਦੇਵ ਜੀਆਂ ਨੇ। ਦੁੱਧ ਚੋ ਕੇ ਜੋ ਉਸ ਵੇਲੇ ਭਾਂਡਾ ਭਰ ਕੇ ਤੇ ਲੈ ਆਇਆ। ਠਾਕੁਰ ਨੂੰ ਨਵਾਲ ਕੇ ਮੰਦਿਰ ਵਿੱਚ ਆ ਕੇ ਪਹਿਲਾਂ ਠਾਕੁਰ ਦਾ ਇਸ਼ਨਾਨ ਕਰਾਇਆ ਤੇ ਚਰਨਾਂ ਦੋ ਲੈ ਤਿਲਕ ਚੜਾਇਆ। ਉਹਦਾ ਚਰਨਾ ਅੰਮ੍ਰਿਤ ਲਿਆ। ਠਾਕੁਰ ਨੂੰ ਤਿਲਕ ਵਗੈਰਾ ਜੋ ਵੀ ਹੈ ਨਾ ਰਸਮ ਮਰਿਆਦਾ ਪੂਜਾ ਦੀ, ਉਹ ਪੂਜਾ ਕੀਤੀ ਗਈ ਹੈ। ਹੱਥ ਜੋੜ ਬਿਨਤੀ ਕਰੇ। ਸਭ ਕੁਝ ਕਰਕੇ ਤੇ ਦੁੱਧ ਦਾ ਕਟੋਰਾ ਅੱਗੇ ਰੱਖ ਲਿਆ ਤੇ ਹੱਥ ਜੋੜ ਲੈ। ਨਾਮਦੇਵ ਨੇ ਬੇਨਤੀਆਂ ਕਰਦਾ, ਤਰਲੇ ਕਰਦਾ ਹੈ, ਪੀਓ ਦੁੱਧ ਗੋਬਿੰਦ ਰਾਇਆ। ਇਹ ਗੋਬਿੰਦ ਪਰਮਾਤਮਾ ਦੁੱਧ ਛਕੋ ਮਹਾਰਾਜ ਤੁਹਾਡੇ ਵਾਸਤੇ ਲੈ ਕੇ ਆਇਆ। ਨਿਸ਼ਚੋ ਕਰ ਅਰਾਧਿਆ। ਨਿਸ਼ਚਾ ਕਰਕੇ ਭਰੋਸਾ ਕਰਕੇ ਰੱਬ ਨੂੰ ਅਰਾਧਿਆ ਯਾਦ ਕੀਤਾ। ਹੋਏ ਦਿਆਲ ਦਰਸ਼ਨ ਦਿਖਲਾਇਆ। ਉਸ ਵੇਲੇ ਰੱਬ ਨੂੰ ਦਰਸ਼ਨ ਦੇਣੇ ਪਏ ਕਿਉਂਕਿ ਨਾਮਦੇਵ ਨੇ ਆਖਿਆ ਸੀ ਜਿੰਨਾ ਚਿਰ ਤੁਸੀਂ ਛਕਦੇ ਨਹੀਂ ਮੈਂ ਇੱਥੋਂ ਉੱਠ ਕੇ ਨਹੀਂ ਜਾਣਾ ਤੇ ਮੈਂ ਵੀ ਉਹਨਾਂ ਚਿਰ ਛਕਣਾ ਨਹੀਂ ਜਿੰਨਾ ਚਿਰ ਤੁਸੀਂ ਨਹੀਂ ਛਕਦੇ। ਐਸਾ ਭਰੋਸਾ ਵੇਖ ਕੇ ਨਾਮਦੇਵ ਦਾ ਫਿਰ ਰੱਬ ਨੂੰ ਇਹਨਾਂ ਦਾ ਬਚਨ ਮੰਨਣਾ ਹੀ ਪਿਆ। ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੂੰ ਦੁੱਧ ਪਿਆਇਆ। ਭਰੀ ਹੋਈ ਕਟੋਰੀ ਫਿਰ ਠਾਕੁਰ ਨੂੰ ਪ੍ਰਗਟ ਹੋਣਾ ਪਿਆ। ਉਸ ਵੇਲੇ ਕਹਿਣ ਲੱਗੇ ਲਿਆ ਨਾਮਦੇਵ ਫਿਰ ਤੇਰਾ ਦੁੱਧ ਛਕ ਲਈਏ। ਠਾਕੁਰ ਨੂੰ ਦੁੱਧ ਪਿਲਾ ਦਿੱਤਾ। ਜਦੋਂ ਪੀਂਦੇ ਪੈ ਨਾ, ਹੁਣ ਭਗਤ ਜੀ ਹੈ ਤੇ ਛੋਟੀ ਉਮਰ ਦੇ ਬੱਚੇ ਨੇ ਨਾ, ਠਾਕੁਰ ਦੇ ਮੂੰਹ ਵੱਲ ਵੇਖਦੇ ਪਏ। ਨਾਨਾ ਤੇ ਦੁੱਧ ਪੀਂਦਾ ਸੀ ਤੇ ਮੇਰੇ ਵਾਸਤੇ ਗੜਵੀ ਵਿੱਚ ਛੱਡ ਦਿੰਦਾ ਤੇ ਮੈਂ ਪੀ ਲੈਂਦਾ। ਇਹ ਠਾਕੁਰ ਢੀਕ ਲਾ ਕੇ ਝੀਕ ਲਾ ਕੇ ਪੀਤੀ ਜਾਂਦਾ। ਇਹਨੇ ਤੇ ਛੱਡਣਾ ਹੀ ਨਹੀਂ ਮੇਰੇ ਵਾਸਤੇ ਕੋਈ, ਤੇ ਮੈਂ ਕੀ ਕਰਾਂਗਾ। ਠਾਕੁਰ ਦੇ ਮੂੰਹ ਨੂੰ ਲੱਗੀ ਹੋਈ ਗੜਵੀ ਨਾਮਦੇਵ ਨੇ ਹੱਥ ਦੇ ਨਾਲ ਫੜ ਲਈ। ਕਹਿੰਦਾ ਮਹਾਰਾਜ ਮੇਰੇ ਵਾਸਤੇ ਵੀ ਤੇ ਛੱਡੋ ਨਾ, ਸਾਰਾ ਤੁਸੀਂ ਪੀਤੀ ਜਾਂਦੇ ਤੇ ਮੈਂ ਕੀ ਕਰਾਂਗਾ। ਇਹ ਵੇਖ ਕੇ ਇਹਨਾਂ ਦਾ ਪਿਆਰ ਤੇ ਉਸ ਵੇਲੇ ਰੱਬ ਖੁਸ਼ ਹੋ ਗਿਆ। ਕਹਿਣ ਲੱਗੇ ਅੱਛਾ ਤੂੰ ਸਾਡਾ ਇਹ ਭੋਜਨ ਛਕਣਾ ਚਾਹੁੰਦਾ ਪ੍ਰਸ਼ਾਦ। ਉਸ ਵੇਲੇ ਅੱਧਾ ਦੁੱਧ ਗੜਵੀ 'ਚ ਛੱਡਿਆ ਤੇ ਨਾਮਦੇਵ ਨੇ ਛਕ ਲਿਆ। ਐਸੇ ਨੇ ਰੱਬ ਦੇ ਭਗਤ, ਐਸਾ ਇਹਨਾਂ ਦਾ ਪਿਆਰ। ਰੱਬ ਦੇ ਕੋਲੋਂ ਵੀ ਆਪਣਾ ਹਿੱਸਾ ਬਣਾ ਲਿਆ। ਕਹਿੰਦੇ ਮਹਾਰਾਜ ਸਾਡੇ ਵਾਸਤੇ ਵੀ ਦਿਓ। ਨਾਨਾ ਦਿੰਦਾ ਤੇ ਤੁਸੀਂ ਕਿਉਂ ਸਾਰਾ ਪੀ ਚੱਲੇ। ਗਾਏ ਮੂਈ ਜਵਾਲੇ ਹੋਣ ਨਾਮਦੇਵ ਦਾ ਛੱਪਰ ਛਾਇਆ। ਮਰੀ ਹੋਈ ਗਾਂ ਨਾਮਦੇਵ ਦੀ ਜਿਉਂਦੀ ਕੀਤੀ ਅਤੇ ਛੱਪਰ ਤੋੜ ਦਿੱਤਾ ਸੀ ਕਿਸੇ ਆ ਕੇ ਵੱਡੇ ਚੌਧਰੀ ਨੇ। ਘਰ ਹੀ ਤੋੜ ਦਿੱਤਾ ਤੇ ਪ੍ਰਮਾਤਮਾ ਨੇ ਖੁਦ ਆ ਕੇ ਬੰਨਿਆ। ਗੁਰਬਾਣੀ ਦਾ ਬਚਨ ਆਉਂਦਾ ਪੜ੍ਹਦੇ ਆਪਾਂ ਕਿ ਪਾੜ ਪੜੋਸਨ ਪੂਛ ਲੈ ਨਾਮਾ ਕਾਪੈ ਸ਼ਾਨ ਸ਼ੁਵਾਈ ਹੋ ਤੋਪੈ ਦੁਗਨੀ ਮਜ਼ਦੂਰੀ ਦਹਿ ਮੁਕੂ ਬੇਢੀ ਦਿਹੋ ਬਤਾਈ। ਇਹ ਗੱਲਾਂ ਐਵੇਂ ਨਹੀਂ ਵੀ ਆਪਣੇ ਕੋਲੋਂ ਬਣਾਈਆਂ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਲਿਖਿਆ ਨਾਮਦੇਵ ਨੇ। ਮੇਰਾ ਛੱਪਰ ਇੰਨਾ ਸੋਹਣਾ ਪ੍ਰਮਾਤਮਾ ਨੇ ਬਣਾਇਆ। ਗੁਆਂਢੀ ਪੁੱਛਣ ਲੱਗ ਪਿਆ ਨਾਮਦੇਵ ਮਿਸਤਰੀ ਦੱਸ ਵੀ ਕਿੱਥੋਂ ਲੈ ਕੇ ਆਇਆ ਹੈ। ਅਸੀਂ ਵੀ ਇਹ ਮਿਸਤਰੀ ਲੈ ਕੇ ਆਈਏ, ਤੇਰੇ ਨਾਲੋਂ ਦੂਣੀ ਮਜ਼ਦੂਰੀ ਦੇਵਾਂਗੇ ਤੇ ਇਹਦੇ ਕੋਲੋਂ ਛੱਪਰ ਬਣਾਵਾਂਗੇ। ਨਾਮਦੇਵ ਜੀ ਕਹਿਣ ਲੱਗੇ ਰੀ ਬਾਈ ਬੇਢੀ ਦੇਣ ਨਾ ਜਾਏ। ਇਹ ਮਾਤਾ ਇਹ ਭੈਣ ਇਹ ਮਿਸਤਰੀ ਦਿੱਤਾ ਨਹੀਂ ਜਾ ਸਕਦਾ। ਕਹਿੰਦੇ ਕਿਉਂ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਬੇਢੀ ਪ੍ਰੀਤ ਮਜ਼ਦੂਰੀ ਮੰਗ। ਇਹ ਪੈਸੇ ਨਹੀਂ ਮੰਗਦਾ, ਇਹ ਪਿਆਰ ਮੰਗਦਾ ਹੈ। ਇਹਨੂੰ ਪਿਆਰ ਦੇਣਾ ਪੈਂਦਾ ਤਾਂ ਇਹ ਜਾ ਕੇ ਛੱਪਰ ਬਣਾਉਂਦਾ ਹੈ। ਫੇਰ ਦਿਹੋਰਾ ਰੱਖਿਓ ਨ 4 ਵਰਨ ਲੈ ਪੈਰੀ ਪਾਇਆ। ਨਾਮਦੇਵ ਦਾ ਮੰਦਰ ਤੱਕ ਫੇਰਿਆ ਪਰਮਾਤਮਾ ਨੇ। ਐਸੀ ਵੱਡੀ ਉਪਮਾ ਦੇ ਆਪ ਮਾਲਕ ਨੇ। ਮਹਾਰਾਜ ਕਹਿਣ ਲੱਗੇ ਨਾਮਦੇਵ ਹਰ ਜੀਉ ਬਸੈ ਸੰਗ। ਨਾਮਦੇਵ ਜੀ ਐਸੇ ਗੁਰਮੁਖ ਹੋਏ, ਪਰਮਾਤਮਾ ਹਰ ਵੇਲੇ ਉਹਨਾਂ ਦੇ ਨਾਲ ਹੈ। ਐਸਾ ਉਹਨਾਂ ਦਾ ਜੀਵਨ ਹੈ, ਐਸੀ ਉਹਨਾਂ ਦੀ ਕਮਾਈ ਹੈ। ਰਵਿਦਾਸ ਧਿਆਏ ਪ੍ਰਭ ਅਨੂਪ। ਭਗਤ ਰਵਿਦਾਸ ਜੀਆਂ ਨੇ ਵੀ ਪਰਮਾਤਮਾ ਨੂੰ ਧਿਆਇਆ ਹੈ। ਕਹਿੰਦੇ ਉਪਮਾ ਤੋਂ ਰਹਿਤ ਮਹਿਮਾ ਹੈ। ਰਵਿਦਾਸ ਭਗਤ ਦੀ ਕਹੀ ਨਹੀਂ ਜਾ ਸਕਦੀ ਹੈ। ਐਸੀ ਮਹਿਮਾ ਦੇ ਆਪ ਮਾਲਕ, ਐਸਾ ਵੱਡਾ ਆਪ ਜੀ ਦਾ ਜੀਵਨ ਹੈ। ਭਗਤ ਜੀਆਂ ਦਾ ਅਵਤਾਰ ਵੀ ਕਾਂਸ਼ੀਪੁਰੀ ਦੇ ਵਿੱਚ ਹੀ ਹੋਇਆ। ਰਵਿਦਾਸ ਭਗਤ ਦੀ ਉਮਰਾ ਕਰਕੇ ਬੜੀ ਲੰਮੀ ਉਮਰਾਂ ਨੂੰ ਆਪ
ਮਾਨਣ ਵਾਲੇ ਨੇ ਸਰੀਰ ਕਰਕੇ। ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਅਮਰੇਟਾ। ਭਾਈ ਗੁਰਦਾਸ ਜੀ ਕਹਿੰਦੇ ਲੋਕ ਆਖਦੇ ਚੁਮਿਆਰ ਹੈ, ਪਰ ਜਿਨ੍ਹਾਂ ਨੇ ਜਾਣਿਆ ਕਹਿੰਦੇ ਨਹੀਂ ਭਾਈ, ਇਹ ਤੇ ਰੱਬ ਦਾ ਭਗਤ ਹੈ, ਇਹ ਤੇ ਰੱਬ ਦਾ ਭਗਤ ਹੈ। ਏਡਾ ਵੱਡਾ ਮਾਣ ਮਿਲਿਆ। ਪਾਣਾ ਗੰਢੈ ਰਾਹ ਵਿੱਚ, ਰਸਤੇ ਵਿੱਚ ਬੈਠਾ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੈ। ਕੁੱਲਾ ਧਰਮ ਢੋਏ ਢੂਰ ਸਮੇਟਾ। ਤੇ ਕਹਿਣ ਲੱਗੇ ਵੀ ਉਸ ਵੇਲੇ ਮਰੇ ਹੋਏ ਪਸ਼ੂਆਂ ਨੂੰ ਵੀ ਢੋਂਦੇ ਆਪ ਲਿਆ ਕੇ, ਉਹਨਾਂ ਦਾ ਚੰਮ ਉਤਾਰ ਕੇ ਸੁਕਾ ਕੇ ਬਣਾ ਕੇ ਫਿਰ ਆਪ ਜੀ ਉਹਦੀਆਂ ਜੁੱਤੀਆਂ ਗੰਢਿਆ ਕਰਦੇ। ਜਿਉਂ ਕਰ ਮੇਲੇ ਚੀਥੜੈ ਹੀਰਾ ਲਾਲ ਅਮੋਲ ਲਪੇਟਾ ਪਲੇਟਾ। ਕਹਿਣ ਲੱਗੇ ਵੀ ਜਿਵੇਂ ਕਿਸੇ ਭੈੜੇ ਕੱਪੜੇ ਦੇ ਵਿੱਚ ਅਮੋਲਕ ਹੀਰਾ ਲਪੇਟਿਆ ਹੋਵੇ ਤੇ ਉਹਦਾ ਜੋਤ ਵੱਖਰੀ ਹੈ, ਕੀਮਤ ਵੀ ਉਹਦੀ ਵੱਖਰੀ ਹੈ। ਇਸ ਤਰ੍ਹਾਂ ਹੀ ਕਹਿੰਦੇ ਵੀ ਇਹ ਰਵਿਦਾਸ ਜੀ ਹੀਰੇ ਦੇ ਵਾਂਗ ਚਮਕਣ ਵਾਲੇ, ਐਸੀ ਵੱਡੀ ਦਾਤ ਹੈ। ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਹੁਣ ਇੰਨੀ ਉਪਮਾ ਹੋ ਗਈ ਹੈ, ਚਾਰੇ ਵਰਨੀ ਕੋਲ ਬੈਠ ਜਾਂਦੇ। ਕਹਿੰਦੇ ਰਵਿਦਾਸ ਜੀ ਸਾਨੂੰ ਉਪਦੇਸ਼ ਦਿਓ, ਸਾਡਾ ਭਲਾ ਹੋਵੇ। ਤੇ ਭਗਤ ਰਵਿਦਾਸ ਜੀ ਫਿਰ ਸਾਰਿਆਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕਰਦੇ। ਨਾਵਨ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ। ਕਹਿਣ ਲੱਗੇ ਵੀ ਇੱਕ ਵਾਰੀ ਨਾ ਰਵਿਦਾਸ ਜੀਆਂ ਨੂੰ ਕੁਝ ਲੋਕਾਂ ਨੇ ਆਖਿਆ ਵੀ ਰਵਿਦਾਸ ਜੀ ਅਸੀਂ ਗੰਗਾ ਦਾ ਇਸ਼ਨਾਨ ਕਰਨ ਚੱਲੇ, ਤੁਸੀਂ ਜਾਓਗੇ? ਕਹਿੰਦੇ ਮੈਂ ਤੇ ਨਹੀਂ ਭਾਈ ਜਾਣਾ, ਆ ਟਕਾ ਮੇਰੇ ਕੋਲੋਂ ਲੈ ਜਾਓ, ਇਹ ਜਾ ਕੇ ਮੇਰੇ ਵੱਲੋਂ ਭੇਟ ਕਰ ਦਿਓ। ਪਰ ਭੇਟ ਉਸ ਵੇਲੇ ਕਰਿਓ ਜਦੋਂ ਗੰਗਾ ਖੁਦ ਮੰਗ ਲਵੇ। ਕਹਿੰਦੇ ਠੀਕ ਹੈ ਜੀ। ਜਦੋਂ ਜਾ ਕੇ ਇਸ਼ਨਾਨ ਕੀਤਾ ਤੇ ਗੰਗਾ ਨੇ ਹੱਥ ਬਾਹਰ ਕੱਢ ਕੇ ਆਖਿਆ ਮੇਰੇ ਪੁੱਤਰ ਨੇ, ਮੇਰੇ ਭਗਤ ਨੇ ਮੇਰੇ ਵਾਸਤੇ ਭੇਟਾ ਦਿੱਤੀ ਹੈ, ਦਿਓ ਕਿਹੜੀ ਭੇਟਾ। ਉਸ ਵੇਲੇ ਉਹ ਸਾਥੀਆਂ ਨੇ ਉਹ ਟਕਾ ਜਿਹੜਾ ਦਿੱਤਾ ਗੰਗਾ ਨੂੰ, ਤੇ ਗੰਗਾ ਨੇ ਬੜਾ ਸੋਹਣਾ ਕੰਗਣ ਦਿੱਤਾ। ਉਸ ਵੇਲੇ ਹੀਰੇ ਲੱਗੇ ਹੋਏ ਸੋਨੇ ਦਾ ਕੰਗਣ। ਕਹਿੰਦੇ ਜਾਓ ਆ ਮੇਰੇ ਭਗਤ ਨੂੰ ਜਾ ਕੇ ਦੇ ਦਿਓ, ਮੇਰੇ ਪੁੱਤਰ ਨੂੰ ਜਿਹਨੇ ਮੇਰੇ ਵਾਸਤੇ ਟਕਾ ਭੇਜਿਆ। ਉਹ ਜਿਹੜੇ ਲੋਕ ਲੈ ਕੇ ਆਏ ਨਾ, ਮਨ ਬੇਈਮਾਨ ਹੋ ਗਿਆ। ਕਹਿੰਦੇ ਰਵਿਦਾਸ ਭਗਤ ਨੂੰ ਕਿਹੜਾ ਪਤਾ ਹੈ ਵੀ ਆਪਾਂ ਨੂੰ ਸੋਨੇ ਦਾ ਕੜਾ ਮਿਲਿਆ, ਕਿਉਂ ਨਾ ਹੋਵੇ ਆਪਾਂ ਰਾਜੇ ਨੂੰ ਦਈਏ, ਰਾਜੇ ਨਾਲ ਮਿੱਤਰਤਾ ਬਣੇਗੀ, ਰਾਜੇ ਤੋਂ 100 ਕੰਮ ਲੈਣੇ ਆਪਾਂ ਕੱਲ ਨੂੰ, ਭਗਤ ਕੋਲੋਂ ਕੀ ਲੈਣਾ ਹੈ। ਉਹਨਾਂ ਨੇ ਜਾ ਕੇ ਰਾਜੇ ਨੂੰ ਭੇਟ ਕੀਤਾ। ਰਾਜੇ ਨੇ ਉਹ ਸੋਨੇ ਦਾ ਕੜਾ ਆਪਣੀ ਰਾਣੀ ਨੂੰ ਦਿੱਤਾ। ਰਾਣੀ ਨੇ ਅੱਗੋਂ ਜੱਬ ਖੜਾ ਕਰ ਲਿਆ, ਕਹਿਣ ਲੱਗੀ ਵੀ ਇਹਦੇ ਨਾਲ ਦਾ ਇੱਕ ਹੋਰ ਲੈ ਗਿਆ, ਜੋੜੀ ਹੋਵੇਗੀ ਤੇ ਮੈਂ ਤਾਂ ਪਾਵਾਂਗੀ। ਜਦੋਂ ਜੋੜੀ ਦਾ ਚੱਕਰ ਚੱਲਿਆ, ਰਾਜੇ ਨੇ ਫਿਰ ਉਹ ਚਾਰੇ ਹੀ ਬੁਲਾ ਲਿਆ, 5 ਜਾਣੇ। ਕਹਿੰਦਾ ਵੀ ਉਹਦੇ ਨਾਲ ਦਾ ਇੱਕ ਹੋਰ ਲੈ ਕੇ ਆਓ, ਨਹੀਂ ਲੈ ਕੇ ਆਓਗੇ ਤੇ ਤੁਹਾਨੂੰ ਸਜ਼ਾ ਦੇਵਾਂਗੇ। ਹੁਣ ਉਹ ਵਿਚੋਲੇ ਵਿੱਚ ਫਸ ਗਏ, ਹੁਣ ਕੀ ਕਰੀਏ। ਫਿਰ ਇੱਕੋ ਹੀ ਰਾਹ ਲੱਭਾ, ਭਗਤ ਰਵਿਦਾਸ ਦੇ ਚਰਨਾਂ ਤੇ ਆ ਕੇ ਦੱਸੀ ਸਾਰੀ ਗੱਲ। ਕਹਿੰਦੇ ਮਹਾਰਾਜ ਕੜਾ ਮਿਲਿਆ ਸੀ ਇਸ ਤਰ੍ਹਾਂ ਦਾ, ਤੇ ਅਸੀਂ ਆਹ ਕੁਝ ਕਰ ਬੈਠੇ, ਗਲਤੀ ਹੋ ਗਈ ਸਾਡੇ ਤੋਂ, ਹੁਣ ਸਾਡੀ ਜਾਨ ਬਚਾਓ। ਤੇ ਉਹਨਾਂ ਨੇ ਫਿਰ ਬਚਨ ਆਖਿਆ। ਕਹਿੰਦੇ ਭਾਈ ਉਹ ਸਾਹਮਣੇ ਭਾਂਡਾ ਪਾਣੀ ਦਾ ਭਰਿਆ, ਉਹਦੇ ਵਿੱਚ ਅਸੀਂ ਚੰਮ ਡਬੋਇਆ ਹੋਇਆ ਨਰਮ ਹੋਣ ਵਾਸਤੇ, ਜਾਓ ਜਾ ਕੇ ਨਿਗਾਹ ਮਾਰੋ, ਜਿਸ ਤਰ੍ਹਾਂ ਦਾ ਕੰਗਣ ਚਾਹੀਦਾ ਮਿਲ ਜਾਏ। ਜਦੋਂ ਜਾ ਕੇ ਵੇਖਿਆ, ਕਹਿਣ ਲੱਗੇ ਭਾਈ ਉਹ ਭਾਂਡਾ ਪਾਣੀ ਦਾ ਤਸਲਾ ਭਰਿਆ ਹੋਇਆ ਸਾਰਾ ਹੀ ਸੋਨੇ ਦੇ ਕੰਗਣਾਂ ਨਾਲ ਭਰਿਆ ਪਿਆ। ਉਹਦੇ ਵਿੱਚੋਂ ਕਹਿੰਦੇ ਚੁੱਕ ਲਓ, ਫਿਰ ਜਿਹੜਾ ਚਾਹੀਦਾ ਇੱਕ ਚੁੱਕਿਆ। ਕੀ ਵੇਖਦੇ ਪਏ, ਉਹਦੇ ਵਿੱਚ ਦੀ ਗੰਗਾ ਵਗਦੀ ਪਈ। ਗੰਗਾ ਦੇ ਪਾਣੀ ਦੇ ਦਰਸ਼ਨ ਆਪਣੇ ਚੰਮ ਵਾਲੇ ਭਾਂਡੇ ਵਿੱਚੋਂ ਹੀ ਕਰਾ ਦਿੱਤੇ। ਐਸੀ ਵੱਡੀ ਮਹਿਮਾ ਦੇ ਆਪ ਮਾਲਕ ਨੇ। ਕਹਿਣ ਲੱਗੇ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ। ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ। ਲੱਗਾ ਪੁਰਬ ਅਭੀਚਦਾ ਡਿੱਠਾ ਚਲਤ ਅਚਰਜ ਅਮੇਟਾ। ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋ ਤਾਣਾ ਪੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ। ਭਗਤਾਂ ਦੇ ਵਾਸਤੇ ਉਹ ਪ੍ਰਮਾਤਮਾ ਮਾਂ ਵੀ ਹੈ ਤੇ ਉਹਨਾਂ ਦਾ ਪਿਤਾ ਵੀ ਹੈ। ਭਗਤ ਉਸ ਪ੍ਰਮਾਤਮਾ ਦੇ ਪੁੱਤਰ ਨੇ। ਐਸੀ ਵੱਡੀ ਆਪ ਜੀ ਦੀ ਮਹਿਮਾ ਹੈ। ਇਹ ਗੁਰਬਾਣੀ ਦੇ ਅੰਦਰ ਇਹਨਾਂ ਭਗਤਾਂ ਦੀ ਮਹਿਮਾ ਮਹਾਰਾਜ ਸਾਹਿਬ ਜੀਆਂ ਨੇ ਲਿਖੀ ਹੈ ਵੀ ਐਸੇ ਆਪ ਜੀਵਨ ਨੂੰ ਕਮਾਉਣ ਵਾਲੇ ਮਹਾਰਾਜ ਫਿਰ ਬਖਸ਼ਦੇ ਹਨ। ਰਵਿਦਾਸ ਧਿਆਏ ਪ੍ਰਭ ਅਨੂਪ। ਭਗਤ ਰਵਿਦਾਸ ਜੀਆਂ ਨੇ ਪ੍ਰਮਾਤਮਾ ਨੂੰ ਧਿਆਇਆ ਹੈ। ਬਚਨ ਆਉਂਦਾ ਵੀ ਇਹਨਾਂ ਦੀ ਮਾਤਾ ਜੀ ਦਾ ਨਾਮ ਧੁਰਬਿਨੀਆ ਹੈ। ਇਤਿਹਾਸ ਵਿੱਚ ਲਿਖਿਆ ਵੀ ਮਾਂ ਦਾ ਨਾਮ ਸੀਗਾ ਧੁਰਬਿਨੀਆ, ਪਿਤਾ ਜੀ ਦਾ ਨਾਮ ਸੀਗਾ ਭਾਈ ਰਾਮੂ ਜੀ। ਉਹਨਾਂ ਦੇ ਘਰ ਦੇ ਵਿੱਚ ਆਪ ਨੇ 1378 ਨੂੰ ਅਵਤਾਰ ਧਾਰਿਆ ਕਾਸ਼ੀਪੁਰੀ ਦੇ ਅੰਦਰ। ਐਸੇ ਵੱਡੇ ਆਪ ਰੱਬ ਦੇ ਭਗਤ ਹੋਏ ਜਿਨ੍ਹਾਂ ਨੇ ਬੇਅੰਤ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਲਿਖੀ ਹੈ। 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਨੇ।
ਅਤੇ ਇਹ 16 ਰਾਗਾਂ ਵਿੱਚ ਬਾਣੀ ਲਿਖੀ ਗਈ ਹੈ। ਜਿਨ੍ਹਾਂ ਨੇ ਬਚਨ ਆਖਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਹੈ। ਕਨਕ ਕਟਕ ਜੈਸੇ ਤਰ ਜਲ ਤਰੰਗ ਜੈਸਾ। ਭਾਵੇਂ ਸੋਨਾ ਹੋਵੇ ਤੇ ਭਾਵੇਂ ਸੋਨੇ ਦਾ ਕੜਾ ਬਣਿਆ ਹੋਵੇ, ਦੋਨਾਂ ਵਿੱਚ ਫਰਕ ਕੋਈ ਨਹੀਂ ਹੈ। ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਹੈ। ਅੱਗੇ ਜਾ ਕੇ ਬਚਨ ਕਰਦੇ, ਕਹਿਣ ਲੱਗੇ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ। ਪਿਆਰ ਦੀਆਂ ਗੱਲਾਂ ਨੇ। ਰੱਬ ਨੇ ਆਖਿਆ ਉਹ ਭਗਤ ਰਵਿਦਾਸ ਜੀ ਬਚਨ ਇਹ ਹੈ ਕਿ ਮੈਂ ਤੁਹਾਡੇ ਪਾਪ ਨਾਸ਼ ਕਰਦਾ, ਮੈਂ ਪਵਿੱਤਰ ਹਾਂ। ਤੇ ਭਗਤ ਜੀ ਕਹਿੰਦੇ ਪਵਿੱਤਰ ਤੂੰ ਤਾਂ ਹੀ ਹੈ ਨਾ ਜੇ ਅਸੀਂ ਮੈਲੇ ਹੋਏ। ਅਸੀਂ ਮੈਲੇ ਹਾਂ ਤੇ ਤਾਂ ਹੀ ਤੈਨੂੰ ਪਵਿੱਤਰ ਕਰਨ ਵਾਲਾ ਜਾਣਿਆ ਜਾਂਦਾ ਹੈ ਨਾ। ਜੇ ਅਸੀਂ ਪਵਿੱਤਰ ਹੋ ਗਏ ਤੇ ਤੈਨੂੰ ਪਵਿੱਤਰ ਫਿਰ ਕਿਹਨੇ ਕਹਿਣਾ ਹੈ। ਜੋ ਪੈ ਹਮ ਨਾ ਪਾਪ ਕਰਨ ਤਾਂ, ਜੇ ਅਸੀਂ ਪਾਪ ਕਰੀਏ ਨਾ ਤੇ ਤੈਨੂੰ ਪਾਪ ਬਖਸ਼ਣ ਕੌਣ ਕਵੇਗਾ ਵੀ ਤੂੰ ਪਾਪ ਬਖਸ਼ਣ ਵਾਲਾ ਹੈ। ਜੇ ਅਸੀਂ ਕਰਦੇ ਹਾਂ ਤੇ ਬਖਸ਼ਦਾ ਵੀ ਤੂੰ ਤਾਂ ਹੀ। ਪਤਤ ਪਾਵਨ ਨਾਮ ਕੈਸੇ ਹੁੰਦਾ। ਤੇਰਾ ਨਾਮ ਪਵਿੱਤਰ ਕਰਨ ਵਾਲਾ ਕਿਵੇਂ ਹੋਣਾ ਸੀ। ਇਹ ਨਹੀਂ ਹੋਣਾ। ਇਹ ਵੀ ਸਿਹਰਾ ਸਾਨੂੰ ਹੀ ਜਾਂਦਾ ਵੀ ਅਸੀਂ ਮਾੜਾ ਕਰਦੇ ਤੇ ਤੇਰਾ ਚੰਗਾ ਨਾਮ ਬਣਦਾ ਹੈ ਵੀ ਤੂੰ ਚੰਗੇ ਕੰਮ ਕਰਾਉਂਦਾ। ਇੰਨਾ ਪਿਆਰ ਭਗਤਾਂ ਦਾ ਰੱਬ ਦੇ ਨਾਲ ਸਾਹਮਣੇ ਹੀ ਕਹਿ ਦਿੰਦੇ ਪਿਆਰ ਦੇ ਬਚਨ। ਐਸੀ ਵੱਡੀ ਮਹਿਮਾ ਹੈ। ਉਹਨਾਂ ਨੇ ਬਚਨ ਆਖਿਆ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਐਸੇ ਭਗਤ ਗੁਰਮੁਖ ਭਗਤ ਰਵਿਦਾਸ ਜੀ ਕਹਿਣ ਲੱਗੇ ਇਹਨਾਂ ਦੀ ਬੜੀ ਭਾਰੀ ਮਹਿਮਾ ਹੈ। ਇਹਨਾਂ ਨੇ ਪਰਮਾਤਮਾ ਨੂੰ ਧਿਆਇਆ ਜੋ ਪਰਮਾਤਮਾ ਹੁਕਮਾਂ ਤੋਂ ਰਹਿਤ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ। ਸਿੱਖਾਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਜਿਵੇਂ ਭਗਤ ਹੋਏ ਨੇ ਰਵਿਦਾਸ ਭਗਤ ਜੀ, ਕਬੀਰ ਸਾਹਿਬ ਜੀ, ਨਾਮਦੇਵ ਜੀ, ਐਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਵੀ ਫਿਰ ਭਗਤ ਹੋਏ ਨੇ। ਮਹਾਰਾਜ ਕਹਿੰਦੇ ਨਹੀਂ ਭਾਈ, ਗੁਰੂ ਨਾਨਕ ਸਾਹਿਬ ਤੇ ਖੁਦ ਅਕਾਲ ਪੁਰਖ ਨੇ, ਪਰਮੇਸ਼ਰ ਨੇ, ਗੋਬਿੰਦ ਦਾ ਹੀ ਰੂਪ ਨੇ। ਇਹ ਜਿਹੜੇ ਭਗਤ ਨੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਾਪ ਕਰਨ ਵਾਲੇ, ਧਿਆਉਣ ਵਾਲੇ ਨੇ। ਇਹਨਾਂ ਤੇ ਜਿਹੜੇ ਕਿਰਪਾ ਕਰਦੇ ਉਹ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਨੂੰ ਭਗਤ ਨਹੀਂ, ਪਰਮੇਸ਼ਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸੀ ਆਪ ਜੀ ਦੀ ਮਹਿਮਾ ਹੈ, ਤੁਹਾਡੇ ਵਰਗਾ ਕੋਈ ਨਹੀਂ ਹੈ। ਕੁਝ ਵਿਦਵਾਨਾਂ ਮਹਾਂਪੁਰਖਾਂ ਨੇ ਬਚਨ ਲਿਖਿਆ ਕਿ ਭਗਤ ਨਾਮਦੇਵ ਜੀ ਜਿਹੜੇ ਨੇ ਉਹਨਾਂ ਨੇ ਇੰਨੀ ਬੰਦਗੀ ਕਰਕੇ ਰੱਬ ਦੇ ਕੋਲੋਂ ਦਾਤ ਮੰਗਦਿਆਂ ਹੋਇਆਂ ਆਪ ਨੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਆ ਕੇ ਭਾਈ ਮੋਹਕਮ ਸਿੰਘ ਦਾ ਰੂਪ ਲੈ ਕੇ ਮਹਾਰਾਜ ਜੀਆਂ ਨੂੰ ਸੀਸ ਭੇਟ ਕੀਤਾ ਅਤੇ ਭਗਤ ਸੈਨ ਜੀਆਂ ਨੇ ਬੰਦਗੀ ਕਰਕੇ ਐਸੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਕਿ ਭਾਈ ਸਾਹਿਬ ਸਿੰਘ ਬਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸੀਸ ਭੇਟ ਕੀਤਾ। ਇਹ ਕਈ ਵਿਦਵਾਨਾਂ ਦੀ ਵਿਚਾਰ ਹੈ ਆਪਣੀ ਆਪਣੀ ਵੀ ਇਸ ਤਰ੍ਹਾਂ ਇਹਨਾਂ ਭਗਤਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਵਾਸਤੇ ਵੀ ਆਪਣਾ ਅਵਤਾਰ ਲਿਆ ਅਤੇ ਸੰਸਾਰ ਵਿੱਚ ਨਾਮ ਨੂੰ ਕਮਾਇਆ। ਸੋ ਮਹਾਰਾਜ ਕਿਰਪਾ ਕਰਨ। ਵਿਚਾਰਾਂ ਵਿਦਵਾਨਾਂ ਦੀਆਂ ਨੇ ਵੱਖਰੀਆਂ ਵੱਖਰੀਆਂ। ਮਹਾਰਾਜ ਕਿਰਪਾ ਕਰੇ ਇਹ ਉਪਦੇਸ਼ ਸਾਡੇ ਹਿਰਦੇ ਵਸੇ, ਸਾਡਾ ਭਲਾ ਹੋਵੇ। ਅੱਜ ਇਹ ਗੁਰਬਾਣੀ ਦਾ ਸ਼ਬਦ ਇਸੇ ਸੰਪੂਰਨ ਹੋਇਆ ਹੈ। ਅਗਲਾ ਸ਼ਬਦ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਮੇਲ। ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰਿ ਜਿਉ ਬਸੈ ਸੰਗ। ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ